ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇੱਕ ਵਾਰ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਗੱਲਬਾਤ ਆਪਾਂ ਕਰਨੀ ਉਹ ਪ੍ਰਵਾਸੀ ਮਜ਼ਦੂਰਾਂ ਦਾ ਜਿਹੜਾ ਪੰਜਾਬ 'ਚ ਵਾਧਾ ਪ੍ਰਵਾਸ ਆ ਉਹਦੇ ਬਾਰੇ ਆਪਾਂ ਇੱਕ ਗੱਲਬਾਤ ਕਰਨੀ ਹੈ। ਇੱਕ ਦੋ ਗੱਲਾਂ ਮੈਂ ਕੱਲ੍ਹ ਦੀਆਂ ਪੜ੍ਹੀਆਂ ਤੇ ਮੈਨੂੰ ਵੈਸੇ ਅਜੀਬ ਜਿਹੀਆਂ ਲੱਗੀਆਂ ਵੀ ਲੋਕਾਂ ਦੀ ਪਰਸੈਪਸ਼ਨ ਇਹ ਬਣੀ ਪਈ ਆ ਵੀ ਜਿੱਦਾਂ ਅਸੀਂ ਬਾਹਰ ਜਾ ਕੇ ਵਸ ਜਾਂਦੇ ਹਾਂ ਕਿਸੇ ਰਹਿੰਦੇ ਹਾਂ ਜਾ ਕੇ ਤੇ ਕਿਉਂ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹਨਾਂ ਨੂੰ ਕਿਉਂ ਨਹੀਂ ਹੱਕ ਹੋਣਾ ਚਾਹੀਦਾ। ਸੁਣਨ ਨੂੰ ਇਹ ਗੱਲ ਬੜੀ ਜੈਨੂਇਨ ਜੀ ਲੱਗਦੀ ਹੈ ਵੀ ਇਹ ਵਾਕਿਆ ਹੀ ਹੈ ਵੀ ਜੇ ਅਸੀਂ ਕਿਤੇ ਜਾ ਕੇ ਵਸ ਰਹੇ ਹਾਂ ਤੇ ਕੀ ਮਤਲਬ ਜਿਹੜੇ ਬਾਹਰੋਂ ਆਣ ਕੇ ਲੋਕ ਪੰਜਾਬ 'ਚ ਵਸਣਾ ਚਾਹੁੰਦੇ ਆ ਉਹ ਗਲਤ ਹੈ। ਹੁਣ ਇਹ ਦੋਵੇਂ ਵੱਖ-ਵੱਖ ਵਿਸ਼ੇ ਨੇ ਵੀ ਜਿਹੜੇ ਪੰਜਾਬ ਦੇ ਲੋਕ ਆ ਉਹ ਪੰਜਾਬ ਤੋਂ ਪ੍ਰਵਾਸ ਕਿਉਂ ਕਰ ਰਹੇ ਆ ਤੇ ਜਿਹੜੇ ਪੰਜਾਬ 'ਚ ਪ੍ਰਵਾਸੀ ਆ ਰਹੇ ਆ ਉਹ ਪੰਜਾਬ 'ਚ ਕਿਉਂ ਆ ਰਹੇ ਆ। ਇੱਕੋ ਜਿਹਾ ਵਿਸ਼ਾ ਨਹੀਂ ਹੈਗਾ, ਸੋ ਸਾਨੂੰ ਇਹਨਾਂ ਦੋਵਾਂ ਨੂੰ ਵੱਖ-ਵੱਖ ਕਰਕੇ ਵੇਖਣਾ ਚਾਹੀਦਾ ਹੈ। ਜਿਹੜੇ ਪੰਜਾਬ ਦੇ ਆਪਣੇ ਲੋਕ ਨੇ ਉਹ ਪ੍ਰਵਾਸ ਉਹਨਾਂ ਦਾ ਪ੍ਰਵਾਸ ਕੋਈ ਸੁਭਾਵਿਕ ਪ੍ਰਵਾਸ ਨਹੀਂ ਹੈਗਾ, ਨਾ ਉਹ ਸਿਰਫ ਪੈਸੇ ਦੀ ਲੋੜ 'ਚ ਉਪਜਿਆ ਪ੍ਰਵਾਸ। ਪੰਜਾਬ ਦੇ ਲੋਕਾਂ ਦਾ ਪ੍ਰਵਾਸ ਇੱਕ ਜੈਨੋਸਾਈਡ, ਇੱਕ ਨਸਲਕੁਸ਼ੀ ਦੀ ਹੋਂਦ, ਜਿਹੜੀ ਇੱਕ ਐਕਟਿਵ ਨਸਲਕੁਸ਼ੀ ਜਿਹੜੀ ਚੱਲ ਰਹੀ ਹੈ ਉਹਦੇ ਵਿੱਚੋਂ ਨਿਕਲਿਆ, ਉਹਦੀ ਹੋਂਦ ਉਹ 'ਚੋਂ ਨਿਕਲੀ ਹੈ। ਸੋ ਪੰਜਾਬ ਦੇ ਲੋਕ ਜਿਹੜੇ ਆ ਉਹ ਇੱਕ ਵੱਡੀ ਨਸਲਕੁਸ਼ੀ ਤੋਂ ਬਚ ਕੇ ਪੰਜਾਬ ਤੋਂ ਬਾਹਰ ਜਾ ਕੇ ਵਸਿਆ। 80s ਤੋਂ ਪਹਿਲਾਂ ਇਹ ਟ੍ਰੈਂਡ ਬਹੁਤ ਘੱਟ ਸੀ। 84 ਤੋਂ ਪਹਿਲਾਂ ਪੰਜਾਬ ਦਾ ਜਿਹੜਾ ਪੰਜਾਬੀਆਂ ਦਾ ਬਾਹਰ ਪ੍ਰਵਾਸ ਆ ਉਹ ਐਡਾ ਵੱਡੇ ਪੱਧਰ ਤੇ ਨਹੀਂ ਸੀ ਹੋਇਆ ਕਦੇ ਵੀ, ਜਿੰਨੇ ਵੱਡੇ ਪੱਧਰ ਤੇ ਹੁਣ ਹੋ ਗਿਆ। ਇਹੋ ਜਿਹਾ ਪ੍ਰਵਾਸ ਹਰ ਕਿਸੇ ਉਸ ਕੌਮ ਦੇ ਨਾਲ ਵਾਪਰਦਾ ਹੈ ਜਿਹੜੀ ਕੌਮ ਜੈਨੋਸਾਈਡ 'ਚੋਂ ਲੰਘਦੀ ਹੈ। ਇਹ ਮਤਲਬ ਤੁਸੀਂ ਬਾਹਰ ਚਲ ਜਾਓਗੇ ਤੇ ਉਹਨਾਂ ਸਟੇਟਾਂ ਦੇ ਲੋਕਾਂ ਨੂੰ ਜ਼ਿਆਦਾ ਮਿਲੋਗੇ ਜਿੱਥੇ ਕੋਈ ਐਕਟਿਵ ਮੂਵਮੈਂਟ ਚੱਲ ਰਹੀ ਹੈ ਆਜ਼ਾਦੀ ਦੀ। ਉਹਨਾਂ ਲੋਕਾਂ ਦੀ ਮਜਬੂਰੀ ਬਣ ਜਾਂਦੀ ਹੈ ਵੀ ਉਸ ਹਾਲਾਤਾਂ ਨੂੰ ਸਕੇਪ ਕਰਕੇ ਉਹ ਬਾਹਰ ਜਾਣਾ ਚਾਹੁੰਦੇ ਆ। ਉਹਨਾਂ ਦੇ ਪ੍ਰਵਾਸ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਪ੍ਰਵਾਸ ਨਾਲ ਜੋੜਨ ਵਾਲੀ ਜਿਹੜੀ ਮਾਨਸਿਕਤਾ ਉਹ ਬਿਲਕੁਲ ਕਿਸੇ ਵੀ ਤੱਥ ਪੱਖੋਂ ਕੋਰੀ ਹੈ। ਉਹਦੀਆਂ ਕੁਝ ਐਗਜ਼ਾਮਪਲਾਂ ਇਹ ਨੇ ਵੀ ਪਹਿਲੀ ਗੱਲ ਤੇ ਜਿਹੜਾ ਸਾਡਾ ਪ੍ਰਵਾਸ ਹੈ ਉਹਦੇ 'ਚ ਮੈਜੋਰਿਟੀ ਜਿਹੜਾ ਵਾ ਅਸਾਈਲਮ ਦਾ ਪ੍ਰਵਾਸ ਆਉਂਦਾ ਹੈ। ਜਿਹੜੇ ਸਿੱਖਾਂ ਨੇ ਬਾਹਰ ਜਾ ਕੇ ਸ਼ਰਨ ਲਈ ਹੈ, ਸ਼ਰਨ ਲੈਣ ਦਾ ਅਰਥ ਇਹ ਹੈ ਵੀ ਪੰਜਾਬ 'ਚ ਉਹਨਾਂ ਨੂੰ ਖਤਰਾ ਸੀ ਤਾਂ ਉਹਨਾਂ ਬਾਹਰ ਜਾ ਕੇ ਸ਼ਰਨ ਲੈ ਲਈ। ਉਹਦੇ ਲਈ ਇੱਕ ਉਹਨਾਂ ਨੂੰ ਕਈ ਕੁਛ ਤਿਆਗਣਾ ਪਿਆ। ਇੱਕ ਤੇ ਕਈ ਸਾਲ ਉਹ ਪੰਜਾਬ 'ਚ ਨਹੀਂ ਮੁੜ ਸਕੇ, ਆ ਹੀ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਆਲਰੇਡੀ ਕਿਹਾ ਹੁੰਦਾ ਵੀ ਤੇ ਸਾਨੂੰ ਖਤਰਾ ਹੈ। ਦੂਜੀ ਗੱਲ ਇਹ ਆ ਵੀ ਉਹ ਜਿਹੜੀਆਂ ਦੂਜੀਆਂ ਹਕੂਮਤਾਂ ਨੇ ਜਿੱਥੇ ਜਾ ਕੇ ਸਿੱਖਾਂ ਨੇ ਪ੍ਰਵਾਸ ਕੀਤਾ ਉੱਥੇ ਉਹਨਾਂ ਨੂੰ ਇੱਦਾਂ ਐਕਸੈਪਟ ਨਹੀਂ ਕਰ ਲਿਆ। ਉਹਨਾਂ ਦਾ ਇੱਕ ਬਕਾਇਦਾ ਪ੍ਰੋਗਰਾਮ ਹੁੰਦਾ ਜਿਹਦੇ ਤਹਿਤ ਉਹਨਾਂ ਨੂੰ ਸਿਟੀਜ਼ਨਸ਼ਿਪ ਦੇ ਟੈਸਟ ਦੇਣੇ ਪੈਂਦੇ ਨੇ, ਟੈਕਸ ਭਰਨਾ ਪੈਂਦਾ ਹਕੂਮਤਾਂ ਨੂੰ, ਤੇ ਉਹ ਮੇਕ ਸ਼ੋਰ ਕਰਦੇ ਨੇ ਵੀ ਜਿਹੜਾ ਇਹ ਬੰਦਾ ਸਾਡੇ ਕੋਲ ਆਇਆ ਹੈ ਇਹ ਸਾਡੇ ਲੋਕਲ ਕਲਚਰ ਨੂੰ, ਸਾਡੀ ਆਇਡੈਂਟੀਟੀ ਨੂੰ ਕਿਤੇ ਖਤਰਾ ਤਾਂ ਨਹੀਂ ਬਣੂਗਾ ਕੱਲ੍ਹ ਨੂੰ। ਜੇ ਉਹ ਬਣਦਾ ਤੇ ਇਹਦਾ ਅਰਥ ਆ ਵੀ ਉਹਨੂੰ ਬੰਦੇ ਨੂੰ ਉਹ ਸਿਟੀਜ਼ਨਸ਼ਿਪ ਗ੍ਰਾਂਟ ਨਹੀਂ ਕਰਦੇ। ਇਹ ਸਿਟੀਜ਼ਨਸ਼ਿਪ ਦੇ ਵਿੱਚ ਲੋਕਲ ਲੈਂਗੁਏਜ ਦਾ ਟੈਸਟ ਹੁੰਦਾ ਹੈ, ਕਲਚਰਲ ਇਨਫੋਰਮੇਸ਼ਨ ਜਿਹੜੀ ਕਿ ਤੁਹਾਨੂੰ ਕਿੰਨੀ ਹੈ ਸੱਭਿਆਚਾਰ ਦੀ ਜਾਣਕਾਰੀ, ਉਹਦਾ ਸਾਰਾ ਇਤਿਹਾਸ ਦੀ ਕਿੰਨੀ ਜਾਣਕਾਰੀ, ਇਹ ਸਾਰਾ ਟੈਸਟ ਹੁੰਦਾ ਹੈ ਬਕਾਇਦਾ। ਦੂਜਾ ਇਹਦੇ 'ਚ ਹੋਰ ਤੁਸੀਂ ਵੇਖੋ ਵੀ ਜਦੋਂ ਹੁਣ ਆਪਣੇ ਹੁਣ ਜ਼ਿਆਦਾ ਜਿਹੜਾ ਪ੍ਰਵਾਸ ਚੱਲ ਰਿਹਾ ਉਹ ਬਤੌਰ ਸਟੂਡੈਂਟ ਜਿਹੜੇ ਨੌਜਵਾਨ ਬਾਹਰ ਜਾਂਦੇ ਨੇ ਉਹਨਾਂ ਦਾ ਹੈ। ਉਹ ਪਹਿਲਾਂ ਇੱਥੇ ਇੱਕ ਇੰਗਲਿਸ਼ ਸਪੀਕਿੰਗ ਦਾ ਟੈਸਟ ਆਈਲੈਟਸ ਜਿਹਨੂੰ ਕਹਿੰਦੇ ਆ ਉਹ ਕੰਪਲੀਟ ਕਰਦੇ ਨੇ। ਆਈਲੈਟਸ ਜਾਂ ਟੋਫਲ ਜਿਹੜੀ ਵੀ ਮੁਲਕ 'ਚ ਉਹਨਾਂ ਜਾਣਾ ਹੁੰਦਾ ਉਸ ਦੇ ਮੁਤਾਬਕ ਉਹਨੂੰ ਕੰਪਲੀਟ ਕਰਨ ਤੋਂ ਬਾਅਦ ਇੱਕ ਮਿਨੀਮਮ ਸਕੋਰ ਉਹਨਾਂ ਨੂੰ ਕਰਨਾ ਪੈਂਦਾ ਹੈ ਜਿਹਦੇ 'ਚ ਪਹਿਲਾਂ ਲੱਖਾਂ ਰੁਪਈਆ ਉਹ ਇੱਥੇ ਖਰਚਦੇ ਨੇ, ਲੱਖਾਂ ਹੀ ਰੁਪਈਆ ਇੱਥੇ ਉਹ ਖਰਚ ਦਿੰਦੇ ਨੇ। ਮਿਨੀਮਮ ਇੱਕ ਉੱਥੋਂ ਦੀ ਜਿਹੜੀ ਭਾਸ਼ਾ ਹੈ ਉਹਦੀ ਇੱਕ ਅੱਧੀ ਅਧੂਰੀ ਜਾਣਕਾਰੀ ਲਈ ਵੀ ਉੱਥੇ ਪਹੁੰਚਣ ਲਈ ਮਿਨੀਮਮ ਰਿਕੁਆਇਰਮੈਂਟ ਹੈ। ਉਹ ਲੱਖਾਂ ਰੁਪਏ ਖਰਚਣ ਤੋਂ ਬਾਅਦ ਉੱਥੇ ਜਾਂਦੇ ਨੇ, ਫਿਰ ਲੱਖਾਂ ਹੀ ਰੁਪਈਆ ਉੱਥੇ ਯੂਨੀਵਰਸਿਟੀਆਂ ਨੂੰ ਉਹ ਫੀਸ ਅਦਾ ਕਰਦੇ ਨੇ ਜਿੱਥੇ ਉਹਨਾਂ ਨੂੰ ਲਿਮਿਟਡ ਅਲਾਉ ਹੁੰਦਾ ਵੀ ਤੁਸੀਂ ਹਫ਼ਤੇ ਦੇ ਵਿੱਚ 30 ਘੰਟੇ ਜਾਂ 25 ਘੰਟੇ ਜਾਂ 20 ਘੰਟੇ ਕੰਮ ਕਰ ਸਕਦੇ ਜੋ, ਹੈ ਨਾ। ਉਸ ਤੋਂ ਬਾਅਦ 'ਚ ਉਹ ਪਿੱਛੋਂ ਮੰਗਾ ਕੇ ਪੈਸਾ ਜਿਹੜਾ ਪੰਜਾਬ 'ਚੋਂ ਐਸਟ ਆਪਣੇ ਵੇਚ ਕੇ ਜ਼ਮੀਨਾਂ ਵਗੈਰਾ ਉਹ ਪੈਸਾ ਮੰਗਾ ਕੇ ਤੇ ਉੱਥੇ ਉਹ ਇਨਵੈਸਟ ਕਰਦੇ ਨੇ, ਯੂਨੀਵਰਸਿਟੀਆਂ ਨੂੰ, ਗਵਰਨਮੈਂਟਸ ਨੂੰ ਟੈਕਸ ਦੇ ਰੂਪ 'ਚ ਬਹੁਤ ਕੁਛ ਦਿੰਦੇ ਨੇ। ਹੁਣ ਉਹ ਤੋਂ ਬਾਅਦ ਉਹ ਕਈ ਸਾਲ ਟੈਕਸ ਭਰ ਕੇ ਉਹਨਾਂ ਨੂੰ PR ਮਿਲਦੀ ਹੈ। ਪਰਮਾਨੈਂਟ ਰੈਜ਼ੀਡੈਂਸੀ ਤੋਂ ਬਾਅਦ 'ਚ ਉਹਨਾਂ ਨੂੰ ਕਈ ਸਾਲ ਹੋਰ ਕਈ ਤਰ੍ਹਾਂ ਦੇ ਟੈਸਟ ਦੇ ਕੇ ਤੇ ਫਿਰ ਸਿਟੀਜ਼ਨਸ਼ਿਪ ਉਹਨਾਂ ਨੂੰ ਗ੍ਰਾਂਟ ਹੁੰਦੀ ਹੈ, ਜਿਸ ਤੋਂ ਬਾਅਦ ਉਸ ਮੁਲਕ ਦੇ ਉਹ ਸਿਟੀਜ਼ਨ ਬਣਦੇ ਨੇ ਤੇ ਉਹਨਾਂ ਨੂੰ ਪ੍ਰੋਪਰ ਬੈਨੀਫਿਟ ਮਿਲਦੇ ਨੇ। ਉਹ ਜਿਹੜਾ ਪ੍ਰੋਸੈਸ ਹੈ ਜਿਹੜਾ ਉਹਨਾਂ ਦੇ ਸਿਟੀਜ਼ਨ ਬਣਦਾ ਉਹ ਐਡਾ ਲੰਮਾ ਤੇ ਇੰਨਾ ਮਤਲਬ ਪੇਨਫੁਲ ਹੈ ਤੇ ਇੰਨਾ ਜਿਹੜਾ ਵਾ ਸਟਰਗਲਿੰਗ ਹੈ
ਵੀ ਉਹਦੇ ਵਿੱਚ ਬੰਦਾ ਉਸ ਕਲਚਰ ਨੂੰ ਅਸਿਮੀਲੇਟ ਕਰ ਜਾਂਦਾ ਹੈ। ਭਾਵ ਜਿਹੜਾ ਉੱਥੋਂ ਦਾ ਲੋਕਲ ਕਲਚਰ ਹੋਊਗਾ, ਸਾਡੇ ਲੋਕ ਬਹੁਤੇ ਹੱਦ ਤੱਕ ਉੱਥੋਂ ਦੇ ਲੋਕਲ ਕਲਚਰ ਦੇ ਵਿੱਚ ਹੀ ਸਮਾ ਜਾਣਗੇ। ਹੁਣ ਉੱਥੋਂ ਦੀਆਂ ਹਕੂਮਤਾਂ ਹੋਰ ਵੀ ਚੀਜ਼ਾਂ, ਜਿਵੇਂ ਕੈਨੇਡਾ ਦੇ ਵਿੱਚ ਇੱਕ ਸੂਬਾ ਹੈ ਕਿਊਬਿਕ, ਜਿਹੜੀ ਸਟੇਟ ਹੈ, ਉਹਨਾਂ ਨੇ ਉੱਥੇ ਫਰੈਂਚ ਲਾਜ਼ਮੀ ਕੀਤੀ ਹੈ। ਹੁਣ ਜਦੋਂ ਤੁਸੀਂ ਉੱਥੇ ਜਾਣਾ ਤਾਂ ਤੁਹਾਨੂੰ ਫਰੈਂਚ, ਅੰਗਰੇਜ਼ੀ ਦੇ ਨਾਲ ਨਾਲ ਤੁਹਾਡੀ ਫਰੈਂਚ ਵੀ ਤੁਹਾਨੂੰ ਆਉਣੀ ਚਾਹੀਦੀ ਹੈ। ਹਾਲਾਂਕਿ ਬਾਕੀ ਸੂਬਿਆਂ 'ਚ ਫਰੈਂਚ ਨਹੀਂ ਬੋਲੀ ਜਾਂਦੀ, ਪਰ ਇਹ ਮੈਂ ਤਾਂ ਐਗਜ਼ਾਮਪਲ ਦਿੱਤੀ ਹੈ ਵੀ ਜਿਹੜੀ ਹਕੂਮਤਾਂ ਨੇ ਉਹ ਇੰਨੀਆਂ ਸੈਂਸਿਟਿਵ ਹੁੰਦੀਆਂ ਨੇ ਆਪਣੇ ਕਲਚਰ ਤੇ ਆਪਣੀ ਬੋਲੀ ਪ੍ਰਤੀ, ਵੀ ਉਹ ਉੱਥੇ ਲੋਕ ਇੱਕ ਕੰਟਰੀ 'ਚੋਂ ਦੂਜੀ, ਕੈਨੇਡਾ ਦਾ ਬੰਦਾ ਜੇ ਕਿਊਬਿਕ 'ਚ ਮਾਈਗ੍ਰੇਟ ਕਰਨਾ ਚਾਹਵੇ ਤਾਂ ਉਹਦੇ ਵਾਸਤੇ ਵੀ ਔਖਾ ਹੈ, ਕਿਉਂਕਿ ਉੱਥੇ ਫਰੈਂਚ ਲਾਜ਼ਮੀ ਹੈ, ਉੱਥੇ ਫਸਟ ਲੈਂਗੁਏਜ ਫਰੈਂਚ ਹੈ। ਹੁਣ ਉਸ ਤੋਂ ਬਾਅਦ 'ਚ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਵੀ ਬਿਹਾਰ ਦੇ, ਯੂਪੀ ਦੇ, ਬੰਗਾਲ ਦੇ ਜਿਹੜੇ ਲੋਕ ਪੰਜਾਬ 'ਚ ਆਣ ਕੇ ਕੰਮ ਕਰਦੇ ਨੇ, ਤੁਸੀਂ ਸੁਣਿਆ ਹੋਣਾ ਵੀ ਜਦੋਂ ਕੈਨੇਡਾ 'ਚ ਕਿਸੇ ਨੇ ਕੰਮ ਕਰਨ ਵਾਸਤੇ ਜਾਣਾ, ਸਟੂਡੈਂਟ ਤੇ ਪੜ੍ਹਨ ਜਾਂਦੇ ਨੇ, ਸਿਰਫ ਖਰਚਾ ਕਰਨ ਜਾਂਦੇ ਨੇ, ਸਟੂਡੈਂਟ ਉੱਥੇ ਇਨਕਮ ਨਹੀਂ ਕਰਦੇ ਕੋਈ ਵੀ। ਆਪਾਂ ਗੱਲ ਕਰ ਰਹੇ ਹਾਂ ਮਾਈਗ੍ਰੈਂਟ ਵਰਕਰਸ ਦੀ, ਆਪਾਂ ਸਟੂਡੈਂਟਸ ਦੀ ਗੱਲ ਨਹੀਂ ਕਰ ਰਹੇ, ਜਿਹੜੇ ਹਿੰਦੁਸਤਾਨ ਦੇ ਬਾਕੀ ਸੂਬਿਆਂ 'ਚੋਂ ਪੰਜਾਬ 'ਚ ਸਟੂਡੈਂਟ ਪੜ੍ਹਨ ਆਉਂਦੇ ਆ, ਉਹਦੀ ਗੱਲ ਨਹੀਂ ਕਰ ਰਹੇ। ਆਪਾਂ ਮਾਈਗ੍ਰੈਂਟ ਵਰਕਰਸ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਨੇ ਆਣ ਕੇ ਪੈਸਾ ਕਮਾਉਣਾ ਹੈ, ਖਰਚਣਾ ਨਹੀਂ, ਪੈਸਾ ਕਮਾਉਣਾ ਹੈ। ਆਪਣਾ ਮਿਨੀਮਮ ਐਕਸਪੈਂਸ ਰੱਖ ਕੇ ਉਹਨਾਂ ਨੇ ਆਪਣਾ ਇਨਕਮ ਲੈ ਕੇ ਆਪਣੇ ਸੂਬਿਆਂ 'ਚ ਭੇਜਣੀ ਹੈ। ਹੁਣ ਜੇ ਤੁਸੀਂ ਕੈਨੇਡਾ ਦੇ ਵਿੱਚ ਜਾਣਾ ਚਾਹੋ ਵਰਕ ਵੀਜ਼ੇ ਦੇ ਉੱਤੇ ਜਾਂ ਕਿਸੇ, ਤੁਹਾਨੂੰ ਉੱਥੇ 2-3 ਪ੍ਰੋਸੀਜਰ ਨੇ। ਇੱਕ LMI ਦਾ ਪ੍ਰੋਸੀਜਰ ਹੈ, ਤੁਸੀਂ ਸੁਣਿਆ ਹੋਣਾ ਆਮ, ਵੀ ਉੱਥੋਂ ਦੇ ਜਿਹੜਾ ਇੰਪਲੋਇਰ ਹੈ ਜਿਹਨੇ ਤੁਹਾਨੂੰ ਬੁਲਾਉਣਾ ਹੈ, ਉਹ ਉੱਥੇ ਇੱਕ ਗਵਰਨਮੈਂਟ ਨੂੰ ਰਿਕੁਐਸਟ ਕਰਦਾ ਵੀ ਸਾਨੂੰ ਇਹ ਬੰਦਾ ਚਾਹੀਦਾ ਹੈ। ਗਵਰਨਮੈਂਟ ਇਹ ਚੈੱਕ ਕਰਦੀ ਹੈ ਵੀ ਜਿਹੜਾ ਬੰਦਾ ਇਹਨਾਂ ਨੂੰ ਚਾਹੀਦਾ, ਕੀ ਉੱਦਾਂ ਦਾ ਬੰਦਾ ਜਾਂ ਉਹੋ ਜਿਹੇ ਬੰਦੇ ਸਾਡੇ ਮੁਲਕ 'ਚੋਂ ਇਹਨਾਂ ਨੂੰ ਨਹੀਂ ਮਿਲ ਸਕਦੇ। ਜੇ ਉਸ ਜੌਬ ਕੈਟਾਗਰੀ ਦੇ ਵਿੱਚ ਲੋਕਲ ਬੰਦੇ ਨਾ ਹੋਣ ਤੇ ਲੋਕਲ ਬੰਦੇ ਹੋਣ ਤੇ ਤੁਹਾਡੀ LMA ਅਪਰੂਵ ਨਹੀਂ ਹੁੰਦੀ, ਤੁਹਾਨੂੰ ਉੱਥੋਂ ਹੀ ਬੰਦੇ ਨੂੰ ਅਪਲਾਈ ਕਰਨਾ ਪੈਂਦਾ। ਸੋ ਜਿਹੜੀਆਂ ਹਕੂਮਤਾਂ ਨੇ ਉਹ ਇੰਨਾ ਧਿਆਨ ਰੱਖਦੀਆਂ ਵੀ ਉੱਥੇ ਜੇ ਇੱਕ ਬੰਦਾ ਅਨਇੰਪਲੋਇਡ ਰਹਿੰਦਾ ਹੈ ਤੇ ਉਹਨੂੰ ਪਹਿਲਾਂ ਪ੍ਰਾਇੋਰਟੀ ਮਿਲਣੀ ਚਾਹੀਦੀ ਹੈ, ਤੇ ਫਿਰ ਤੁਹਾਡੀ ਵਾਰੀ ਆਉਣੀ ਹੈ। ਜੇ ਉੱਥੇ ਤੁਹਾਡੇ ਮੁਤਾਬਕ, ਉਹਨਾਂ ਦੇ ਮੁਤਾਬਕ ਤੁਹਾਡੇ ਵਰਗਾ ਬੰਦਾ ਜਾਂ ਤੁਹਾਡੇ ਜਿਹੜਾ ਤੁਸੀਂ ਕੰਮ ਕਰਦਾ ਉਹ ਬੰਦਾ ਨਹੀਂ ਮਿਲ ਰਿਹਾ। ਇਸੇ ਕਰਕੇ ਜਿਹੜੇ ਆਪਣੇ ਜ਼ਿਆਦਾ ਲੋਕ ਨੇ ਉਹ ਹਾਇਰ ਜੌਬਸ ਘੱਟ ਜਾਂਦੇ ਨੇ, ਉਹ ਜ਼ਿਆਦਾ ਟਰੱਕਿੰਗ ਇੰਡਸਟਰੀ ਹੈ, ਭਾਵੇਂ ਉਹ 'ਚ ਪੈਸਾ ਬਹੁਤ ਹੈ, ਪਰ ਉੱਥੋਂ ਦੇ ਲੋਕਲ ਜਿਹੜੇ ਗੋਰੇ ਨੇ ਉਹ ਟਰੱਕਿੰਗ ਇੰਡਸਟਰੀ 'ਚ ਘੱਟ ਆਉਂਦੇ ਨੇ। ਇਸ ਕਰਕੇ ਉੱਥੇ ਜਿਹੜੀ ਜੌਬ ਵੈਕੈਂਸੀ ਬਹੁਤ ਜ਼ਿਆਦਾ ਹੋਣ ਦਾ ਕਰਕੇ ਆਪਣੇ ਲੋਕਾਂ ਨੂੰ ਉੱਥੇ ਮੌਕਾ ਮਿਲ ਜਾਂਦਾ ਹੈ। ਉਹਦੇ ਬਾਵਜੂਦ ਜਦੋਂ ਤੁਸੀਂ ਉੱਥੇ ਜਾਂਦੇ ਜੋ, ਗਵਰਨਮੈਂਟਾਂ ਨੂੰ ਟੈਕਸ ਦਿੰਦੇ ਜੋ, ਫਿਰ ਕੰਪਨੀਆਂ 'ਚ ਟੈਕਸ ਪੇ ਕਰਦੇ ਜੋ, ਹਰ ਚੀਜ਼ ਤੇ ਟੈਕਸ ਹੈ। ਉਹ ਤੋਂ ਬਾਅਦ 'ਚ ਜਿਹੜਾ PR ਤੇ ਆਪਣਾ ਸਿਟੀਜ਼ਨਸ਼ਿਪ ਦਾ ਪ੍ਰੋਸੈਸ, ਉਹ ਤੁਹਾਡਾ ਫਿਰ ਸੇਮ ਰਹਿੰਦਾ, ਉਹ ਫਿਰ ਓਨਾ ਹੀ ਸਟਰਗਲਿੰਗ ਤੇ ਓਨਾ ਹੀ ਪੇਨਫੁਲ ਹੁੰਦਾ ਜਿੰਨਾ ਇੱਕ ਸਟੂਡੈਂਟ ਦਾ ਤੇ ਸਗੋਂ ਤੋਂ ਜ਼ਿਆਦਾ ਹੈ। ਸੋ ਆਪਾਂ ਜਦੋਂ ਵਰਕਰਸ ਦੀ ਗੱਲ ਕੀਤੀ, ਹੁਣ ਜਦੋਂ ਆਪਾਂ ਪੰਜਾਬ ਛੱਡ ਕੇ ਜਾ ਰਹੇ ਹਾਂ, ਇਹ ਵੀ ਇੱਕ ਮਸਲਾ ਵੇਖਣ ਵਾਲਾ ਹੁੰਦਾ ਵੀ ਮਾਈਗ੍ਰੇਸ਼ਨ ਕਿਵੇਂ ਕੰਮ ਕਰਦੀ ਹੈ। ਮਾਈਗ੍ਰੇਟ ਜਦੋਂ ਕੌਮਾਂ ਕਰਦੀਆਂ ਨੇ, ਉਹਨਾਂ ਪਿੱਛੇ ਮਕਸਦ ਕੀ ਹੈ। ਪਹਿਲਾਂ ਪੰਜਾਬ 'ਚ ਇਦਾਂ ਦੇ ਹਾਲਾਤ ਬਣਾਏ ਜਾਂਦੇ ਆ ਵੀ ਜਿੱਥੇ ਤੁਹਾਨੂੰ ਸਫੋਕੇਸ਼ਨ ਹੋ ਜਾਏ, ਤੁਹਾਨੂੰ ਮਾਈਗ੍ਰੇਟ ਕਰਨ ਦੀ ਲੋੜ ਮਹਿਸੂਸ ਹੋਵੇ, ਤੁਸੀਂ ਮਾਈਗ੍ਰੇਟ ਕਰੋ, ਤੁਸੀਂ ਇੱਥੋਂ ਛੱਡ ਕੇ ਜਾਓ। ਉਸ ਤੋਂ ਬਾਅਦ 'ਚ ਇਹ ਹਾਲਾਤ ਪੈਦਾ ਕੀਤੇ ਜਾਂਦੇ ਆ ਵੀ ਜਦੋਂ ਤੁਸੀਂ ਮਾਈਗ੍ਰੇਟ ਕਰ ਜਾਓ ਇੱਥੋਂ, ਤੁਹਾਡੀ ਜਗ੍ਹਾ ਕਿਸੇ ਦੂਜੇ ਨੂੰ ਲਿਆਂਦਾ ਜਾਂਦਾ। ਹੁਣ ਜਿਹੜੇ ਬਿਹਾਰ ਦੇ ਲੋਕ ਪੰਜਾਬ 'ਚ ਆਉਂਦੇ ਨੇ, ਉਹ ਸਾਡੀ ਜਗ੍ਹਾ ਮਲਦੇ ਨੇ ਕਿ ਬਿਹਾਰ ਦੇ ਵਿੱਚ ਉਹਨਾਂ ਦੀ ਜਗ੍ਹਾ ਕੋਈ ਮਲਦਾ? ਨਹੀਂ ਮਲਦਾ। ਉਹਨਾਂ ਦੀ ਜਗ੍ਹਾ ਦੇ ਵਿੱਚ ਕੋਈ ਬੰਦਾ ਬਿਹਾਰ ਨੂੰ ਜਾ ਕੇ ਮਾਈਗ੍ਰੇਟ ਨਹੀਂ ਕਰ ਰਿਹਾ। ਸੋ ਇੱਥੇ ਜਿਹੜਾ ਕਲਚਰਲ ਇਨਫਲੂਐਂਸ ਸਾਡੇ ਤੇ ਪੈ ਰਿਹਾ ਹੈ, ਜਿਹੜੀ ਕਲਚਰਲ ਅਸਿਮੀਲੇਸ਼ਨ ਸਾਡੀ ਹੋ ਰਹੀ ਹੈ, ਉਹ ਕਲਚਰਲ ਅਸਿਮੀਲੇਸ਼ਨ ਜਿਹੜੀ ਹੈ ਕਲਚਰਲ, ਉਹ ਜ਼ਿਆਦਾ ਸਾਡੇ ਧਿਆਨਯੋਗ ਜਿਹੜੀ ਆਉਣ ਵਾਲੀ ਗੱਲ ਹੋਣੀ ਚਾਹੀਦੀ ਹੈ। ਕਿਉਂਕਿ ਬਿਹਾਰ ਦੇ ਲੋਕ, ਯੂਪੀ ਦੇ ਲੋਕ ਸਾਡੇ ਏਰੀਏ 'ਚ ਮਾਈਗ੍ਰੇਟ ਕਰ ਰਹੇ ਨੇ। ਉਹ ਇਕੱਲੇ ਮਾਈਗ੍ਰੇਟ ਨਹੀਂ ਕਰਦੇ, ਉਹ ਇੱਕ ਆਪਣਾ ਕਲਚਰ ਲੈ ਕੇ ਆਉਂਦੇ ਨੇ, ਆਪਣੀ ਬੋਲੀ ਲੈ ਕੇ ਆਉਂਦੇ ਨੇ, ਉਹ ਆਪਣਾ ਇੱਕ ਖਾਣ ਪੀਣ ਪਹਿਨਣ ਲੈ ਕੇ ਆਉਂਦੇ ਨੇ, ਜਿਹਦੇ ਨਾਲ ਸਾਡਾ ਲੋਕਲ ਕਲਚਰਲ ਇਨਫਲੂਐਂਸ ਹੁੰਦਾ। ਹੁਣ ਬਹੁਤ ਬੰਦੇ ਕਹਿਣਗੇ ਵੀ ਲੋਕਲ ਕਲਚਰ ਤੇ ਸਾਡੇ ਹੱਥ 'ਚ ਆ, ਵੀ ਅਸੀਂ ਕਿੱਦਾਂ। ਦੇਖੋ, ਕੌਮਾਂ ਜਿਹੜੀਆਂ ਨੇ ਨਾ, ਉਹਨਾਂ ਦੇ ਹੱਥ 'ਚ ਬਹੁਤ ਕੁਝ ਨਹੀਂ ਹੁੰਦਾ। ਜਦੋਂ ਖਾਸ ਕਰ ਸਿੱਖਾਂ ਦੀ ਜਿਹੜੀ ਹਾਲਤ ਹੈ, ਸਾਡੇ ਹੱਥ 'ਚ ਤਾਂ ਬਿਲਕੁਲ ਕੁਝ ਨਹੀਂ ਹੈਗਾ। ਸਾਨੂੰ ਇਹ ਅੰਡਰਸਟੈਂਡ ਕਰਨਾ ਚਾਹੀਦਾ ਵੀ ਜਿਹੜੇ ਕੰਮ ਅਸੀਂ ਸਟਰਗਲ ਕਰਕੇ ਗਵਰਨਮੈਂਟ ਨੂੰ ਕਹਿ ਰਹੇ ਹਾਂ, ਹਕੂਮਤ ਨੂੰ ਵੀ ਤੁਸੀਂ ਇਹ ਕਰੋ, ਉਹ ਆਲਰੇਡੀ ਹੋਣੇ ਚਾਹੀਦੇ ਆ। ਵੀ ਜਿਵੇਂ ਹਿਮਾਚਲ ਦੇ ਵਿੱਚ ਕੋਈ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਹੈ, ਹੁਣ ਪੰਜਾਬ ਦੇ ਵਿੱਚ ਜਿਹੜਾ ਮਰਜ਼ੀ ਆ ਕੇ ਬੰਦਾ ਜ਼ਮੀਨ ਖਰੀਦ ਲੇ। ਹਿਮਾਚਲ ਦੇ ਲੋਕ ਭਾਵੇਂ ਵੇਚਣੀ ਵਿਚਾਉਣ ਆਪਣੀ ਜ਼ਮੀਨ ਕਿਸੇ ਬਾਹਰ ਦੇ ਬੰਦੇ ਨੂੰ, ਨਹੀਂ ਵੇਚ ਸਕਦੇ। ਉੱਥੇ ਲੋਕਾਂ ਦੀ ਇੱਛਾ ਨਹੀਂ ਹੈਗੀ, ਉੱਥੇ ਸਟੇਟ ਤੈਅ ਕਰਦੀ ਹੈ ਵੀ ਸਾਡੇ ਐਜ਼ ਅ ਸਟੇਟ ਸਾਡੇ ਵਾਸਤੇ ਕੀ ਬਿਹਤਰ ਹੈ। ਜਦੋਂ ਸਟੇਟਾਂ ਲਿੰਗੁਇਸਟਿਕ ਬੇਸਿਸ ਤੇ ਵੰਡੀਆਂ ਗਈਆਂ, ਭਾਸ਼ਾ ਦੇ ਆਧਾਰ ਤੇ, ਬੋਲੀ ਦੇ ਆਧਾਰ ਤੇ, ਇਹਦਾ ਅਰਥ ਇਹ ਸੀ ਨਾ ਵੀ ਬੋਲੀਆਂ ਨੂੰ ਪ੍ਰੀਜ਼ਰਵ ਕਰਨਾ ਹੈ, ਆਪਾਂ ਬੋਲੀਆਂ ਨੂੰ ਬਚਾ ਕੇ ਰੱਖਣਾ ਹੈ, ਤਾਂ ਜੋ ਜਿਹੜੀਆਂ ਬੋਲੀਆਂ ਵਾ, ਇਹ ਸਟੇਟ ਨੂੰ ਇੱਕ ਰਾਈਟ ਦਿੱਤੇ ਗਏ ਥੋੜੇ ਬਹੁਤ, ਤਾਂ ਜੋ ਆਪਣਾ ਇੱਕ ਲੋਕਲ ਕਲਚਰ, ਬੋਲੀ, ਧਰਮ ਪ੍ਰੀਜ਼ਰਵ ਕਰ ਸਕਣ, ਬਚਾ ਸਕਣ ਉਹਨੂੰ। ਪਰ ਸਾਡੇ ਬੰਦੇ ਕਿਸੇ ਵੇਲੇ ਮੂਰਖਤਾ 'ਚੋਂ ਇਹ ਸਵਾਲ ਕਰ ਦਿੰਦੇ ਨੇ ਵੀ ਜਦੋਂ ਅਸੀਂ ਜਾਂਦੇ ਹਾਂ ਬਾਹਰ। ਹੁਣ ਦੇਖੋ, ਪਹਿਲੀ ਗੱਲ ਤੇ ਮਿਡਲ ਈਸਟ ਜਿੰਨੀਆਂ ਕੰਟਰੀਆਂ ਨੇ, UAE ਹੋ ਗਿਆ, ਦੁਬਈ, ਕਤਰ, ਬਹਿਰੀਨ, ਸਾਊਦੀਆ, ਇਹਨਾਂ ਕੰਟਰੀਜ਼ 'ਚ ਤੁਸੀਂ 50 ਸਾਲ ਰਹੋ, ਤੁਹਾਨੂੰ ਸਿਟੀਜ਼ਨਸ਼ਿਪ ਨਹੀਂ ਮਿਲਦੀ।
ਹੈ। ਤੁਸੀਂ ਇੱਕ ਸੈਕਿੰਡ ਕਲਾਸ ਸਿਟੀਜ਼ਨ ਰਹਿੰਦੇ ਜੋ, ਭਾਵੇਂ ਤੁਹਾਡਾ ਕਿੱਡਾ ਵੀ ਬਿਜ਼ਨਸ ਹੈ, ਈਵਨ ਦੋ ਬਹੁਤ ਕੰਟਰੀਜ਼ ਦੇ ਵਿੱਚ ਤਾਂ ਤੁਹਾਨੂੰ ਲੋਕਲ ਪਾਰਟਨਰ ਲੈਣੇ ਪੈਂਦੇ ਨੇ। ਓਮਾਨ 'ਚ ਪਿੱਛੇ ਜਿਹੇ ਇੱਕ ਨੋਟੀਫਿਕੇਸ਼ਨ ਆਇਆ ਅੱਜ ਤੋਂ 15-20 ਦਿਨ ਪਹਿਲਾਂ ਵੀ ਉਹਨਾਂ ਨੇ ਹਰ ਜੌਬ ਕੈਟਾਗਰੀ ਦੇ ਵਿੱਚ ਜਿਹੜੇ ਲੋਕਲ ਆ ਉੱਥੋਂ ਦੇ ਅਮਾਨੀ ਆ ਉਹਨਾਂ ਦੀ ਪਰਸੈਂਟੇਜ ਵਧਾਤੀ, ਕੋਟਾ ਆ ਉਹਨਾਂ ਕੋਲ। ਮਤਲਬ ਉੱਥੇ ਹਰ ਕੰਪਨੀ ਨੂੰ ਇੱਕ ਉਹਨਾਂ ਨੇ ਡਿਕਟੇਟ ਕੀਤਾ ਵੀ ਤੁਸੀਂ ਜੇ 10 ਬੰਦੇ ਰੱਖੇ ਆ ਤੇ ਵਿੱਚੋਂ 4 ਅਮਾਨੀ ਤੁਹਾਨੂੰ ਰੱਖਣੇ ਪੈਣੇ ਆ, ਅਦਰਵਾਈਜ਼ 4 ਬੰਦੇ ਅਮਾਨੀ ਰੱਖੋ, 6 ਬੰਦੇ ਬਾਹਰੋਂ ਲਿਆਓ। ਹੁਣ ਇਹੋ ਜਿਹਾ ਆਰਡਰ ਪੰਜਾਬ ਦੇ ਵਿੱਚ ਕਿਸੇ ਵੀ ਫੈਕਟਰੀ ਤੇ ਲਾਗੂ ਨਹੀਂ ਹੈਗਾ। ਮਤਲਬ ਇੱਥੇ ਤੇ ਹਾਲਾਤ ਇਹ ਨੇ ਵੀ ਪੰਜਾਬ ਦੇ ਬੰਦਿਆਂ ਨੂੰ ਕੀ ਰੱਖਣਾ ਵਾ, ਇੱਥੇ 99% ਜਿਹੜੀ ਵਰਕਿੰਗ ਜਿਹੜੇ ਪਾਪੂਲੇਸ਼ਨ ਆ ਉਹ ਬਾਹਰ ਦੀ ਬਾਹਰੋਂ ਆਉਂਦੀ। ਮੈਨੇਜਮੈਂਟ ਤੋਂ ਲੈ ਕੇ ਲੇਬਰ ਕਲਾਸ ਤੱਕ ਸਾਰੇ ਦੇ ਸਾਰੇ ਬੰਦੇ ਪੰਜਾਬ ਤੋਂ ਬਾਹਰ ਹੀ ਨੇ। ਤੇ ਫੈਕਟਰੀ ਲੱਗੀ ਲੁਧਿਆਣੇ 'ਚ, ਮੈਂ ਇੱਕ ਡਾਟਾ ਹੁਣੇ ਪੜ੍ਹਿਆ ਜਿਹੜਾ ਪੂਰੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਤੇ ਮੈਨੂੰ ਅੰਦਾਜ਼ਾ ਨਹੀਂ, ਇਕੱਲੇ ਲੁਧਿਆਣੇ 'ਚ 15 ਲੱਖ ਦੇ ਕਰੀਬ ਹੈ। ਹੁਣ 15 ਲੱਖ ਦੇ ਕਰੀਬ ਇੱਕ ਕਨਫਾਈਨਡ ਏਰੀਏ 'ਚ ਇੱਕ ਪਾਪੂਲੇਸ਼ਨ ਖੜੀ ਹੋ ਜਾਣੀ ਤੇ ਉਹਦਾ ਨਤੀਜਾ ਕੀ ਨਿਕਲੂਗਾ? ਉੱਥੇ ਇੱਕ ਕਲਚਰ ਡਿਵੈਲਪ ਹੋਊਗਾ, ਉੱਥੇ ਇੱਕ ਲੈਂਗੁਏਜ ਡਿਵੈਲਪ ਹੋਊਗੀ, ਉੱਥੇ ਦਾ ਜਿਹੜਾ ਕੈਪੀਟਲਿਸਟਿਕ ਲੋੜਾਂ ਨੇ, ਜਿਵੇਂ ਫਰਜ਼ ਕਰੋ ਉੱਥੇ ਇੱਕ ਦੁਕਾਨ ਹੈ, ਉਹ ਦੁਕਾਨ ਵਾਲਾ ਜਿਹੜਾ ਵਾ ਉਹ ਉਹਨਾਂ ਦੀ ਲੋੜ ਦੀ ਪੂਰਤੀ ਕਰਨ ਲਈ ਸਮਾਨ ਰੱਖੂਗਾ, ਪੰਜਾਬੀਆਂ ਨੂੰ ਇਗਨੋਰ ਕਰਨ ਲੱਗ ਪਊਗਾ, ਹੈ ਨਾ। ਇਹ ਕੈਪੀਟਲਿਜ਼ਮ ਵੀ ਇਦਾਂ ਚੱਲਦਾ ਹੈ। ਕੈਪੀਟਲਿਜ਼ਮ ਇਹੋ ਹੀ ਨਾ, ਮੈਜੋਰਿਟੀ ਨੂੰ ਫੇਵਰ ਕਰਦਾ ਹੈ। ਸੋ ਸਿੱਖਾਂ ਦਾ ਮੈਜੋਰਿਟੀ 'ਚ ਰਹਿਣਾ ਜ਼ਰੂਰੀ ਹੈ। ਜਿਹੜੀ ਸਾਡੀ ਮਾਈਗ੍ਰੇਸ਼ਨ ਹੈ, ਸਾਡੀ ਪੀੜ 'ਚੋਂ, ਸਾਡੇ ਦਰਦ 'ਚੋਂ, ਸਾਡੇ ਸੰਤਾਪ 'ਚੋਂ ਨਿਕਲੀ ਹੈ। 47 'ਚ ਅਸੀਂ ਪਹਿਲਾਂ ਆਪਣਾ ਸਾਰਾ ਕੁਝ ਗਵਾਇਆ, ਫਿਰ 84 'ਚ ਨੁਕਸਾਨ ਕਰਾ ਕੇ ਆਪਣਾ ਜਿਹੜਾ ਸੀ ਸਾਡੇ ਤੇ ਇੰਨੀ ਵੱਡੀ ਜੈਨੋਸਾਈਡ ਹੋਇਆ, ਉਹ ਤੋਂ ਬਾਅਦ 'ਚ ਸਾਡੀ ਇੱਕ ਮਾਈਗ੍ਰੇਸ਼ਨ ਸ਼ੁਰੂ ਹੋਈ ਹੈ ਜਿਹਨੂੰ ਸੈਲੀਬ੍ਰੇਟ ਨਹੀਂ ਕਰਨਾ ਚਾਹੀਦਾ। ਜਿਹੜੀਆਂ ਦੂਜੀਆਂ ਕੌਮਾਂ ਨੇ, ਜੇ ਫਲਸਤੀਨ 'ਚੋਂ ਬੰਦਾ ਉੱਠ ਕੇ ਕਿਤੇ ਹੋਰ ਸੈਟਲ ਹੁੰਦਾ ਤੇ ਉਹ ਰੈਕੋਗਨਾਈਜ਼ ਕਰਦੇ ਨੇ ਵੀ ਇਹ ਬੰਦਾ ਇੱਥੇ ਤਾਂ ਆਇਆ ਵੀ ਇਹਦਾ ਘਰ ਉੱਥੇ ਪ੍ਰੋਬਲਮ ਚੱਲ ਰਹੀ ਹੈ। ਸੋ ਸਾਨੂੰ ਅਸੀਂ ਕਿਸੇ ਵੇਲੇ ਨਾ ਜਦੋਂ ਗੱਲਬਾਤ ਕਰਨੀ ਹੈ ਤਾਂ ਉਹਦੀ ਪੂਰੀ ਘੋਖ ਕਰਨੀ ਚਾਹੀਦੀ ਹੈ ਵੀ ਕੰਪੈਰੀਜ਼ਨ ਕਰਨ ਲੱਗਿਆ ਵੀ। ਹੁਣ ਆਪਣੇ ਬੰਦੇ ਜਾਂਦੇ ਨੇ ਲੱਖਾਂ ਰੁਪਈਆ ਪਹਿਲਾਂ ਖਰਚ ਕੇ, ਕਿੰਨੇ ਹੀ ਲੱਖਾਂ ਰੁਪਈਆ 20 25 ਲੱਖ ਰੁਪਈਆ ਲੱਗ ਜਾਂਦਾ, ਫਿਰ ਉਹ ਪਹੁੰਚਦੇ ਨੇ ਉੱਥੇ ਬਾਅਦ 'ਚ ਖਰਚੇ ਵੱਖਰੇ ਨੇ। ਜਿਹੜਾ ਬੰਦਾ ਬਿਹਾਰ 'ਚ ਆਉਣਾ ਚਾਹੁੰਦਾ 50 ਰੁਪਏ ਦੀ ਟਿਕਟ ਲੈ ਕੇ ਉਹ ਪੰਜਾਬ 'ਚ ਪਹੁੰਚ ਜਾਂਦਾ, ਉਹ ਇੱਥੇ ਆਣ ਕੇ ਕ੍ਰਾਈਸਿਸ ਪੈਦਾ ਕਰ ਦਿੰਦਾ ਜੌਬਸ ਦਾ। ਕ੍ਰਾਈਸਿਸ ਕਿਵੇਂ ਆ? ਉਹ ਬੰਦਾ ਇੱਥੇ ਆਣ ਕੇ ਇੱਕ ਕਨਫਾਈਨਡ ਰੂਮ 'ਚ 8-10 ਬੰਦੇ ਰਹਿ ਸਕਦੇ ਆ, ਇੱਕੇ ਕਮਰੇ ਦੇ ਵਿੱਚ 10 ਬੰਦੇ ਬਿਹਾਰ ਦੇ ਯੂਪੀ ਦੇ ਰਹਿ ਸਕਦੇ ਆ, ਕਿਉਂਕਿ ਉੱਥੇ ਕੰਮ ਕਰਨਾ ਹੈ, ਕੋਈ ਫੈਮਿਲੀ ਨਹੀਂ ਉਹਨਾਂ ਦੀ। ਪੰਜਾਬ ਦਾ ਬੰਦਾ, ਉਹਦੇ ਕੋਲ ਇੱਕ ਪਰਿਵਾਰ ਹੈ, ਉਹਨੇ ਇੱਕ ਪਰਿਵਾਰ ਨੂੰ ਸਪੋਰਟ ਕਰਨਾ ਹੈ, ਉਹਦਾ ਰਹਿਣ ਸਹਿਣ ਇੱਕ ਲੈਵਲ ਤੇ ਮੇਨਟੇਨਡ ਹੈ, ਉਹ ਤੋਂ ਥੱਲੇ ਉਹ ਨਹੀਂ ਜਾ ਸਕਦਾ। ਉਹ ਕਿੱਦਾਂ ਕੰਪੀਟ ਕਰੂਗਾ ਜੇ ਕੋਈ ਗਵਰਨਮੈਂਟ ਕੋਈ ਮਿਨੀਮਮ ਵੇਜ ਨਹੀਂ ਇੱਥੇ ਕਰਦੀ ਆਪਣੀ ਅਨਾਉਂਸ? ਜਿਵੇਂ ਬਾਹਰ ਮਿਨੀਮਮ ਵੇਜ ਹੈ, ਉਹ ਸਾਰਾ ਕੁਝ ਉੱਥੇ ਪ੍ਰੋਟੈਕਟ ਕੀਤਾ ਜਾਂਦਾ ਹੈ। ਹੁਣ ਇੱਥੇ ਕੀ ਆ ਵੀ ਇੱਥੇ ਉਹ ਬੰਦਾ ਕਿਵੇਂ ਕੰਪੀਟ ਕਰੂਗਾ? ਜਿਹੜਾ ਪੰਜਾਬੀ ਬੰਦਾ ਹੈ ਇੱਕ ਬਿਹਾਰੀ ਮਾਈਗ੍ਰੈਂਟ ਲੇਬਰਰ ਨਾਲ, ਜਾਂ ਯੂਪੀ ਦੇ ਜਾਂ ਬੰਗਾਲ ਦੇ ਜਾਂ ਕਿਸੇ ਵੀ ਇਲਾਕੇ ਦੇ ਬੰਦੇ ਨਾਲ ਕਿਵੇਂ ਕੰਪੀਟ ਕਰ ਸਕਦਾ ਹੈ? ਕਿਉਂਕਿ ਇੱਕ ਤੇ ਉਹਦਾ ਕੋਈ ਖਰਚਾ ਨਹੀਂ, ਦੂਜਾ ਉਹਨੂੰ ਕੱਪੜੇ ਲੀੜੇ ਦਾ ਕੁਝ ਨਹੀਂ, ਤੀਜਾ ਉਹਨਾਂ ਦੀ ਅਕੋਮੋਡੇਸ਼ਨ ਤੋਂ ਲੈ ਕੇ ਹਰ ਚੀਜ਼ ਜਿਹੜੀ ਹੈ ਉਹ ਇੰਨੀ ਮਤਲਬ ਉਹ ਕਨਫਾਈਨਡ ਹੈ ਤੇ ਲੋਅਰ ਰੱਖਦੇ ਨੇ ਉਹ ਵੀ ਉਹ ਦੂਜੇ ਬੰਦੇ ਨਾਲ ਉਹਨਾਂ ਦਾ ਕੋਈ ਖਰਚਾ ਨਾ ਹੋਣ ਕਰਕੇ ਉਹ ਘੱਟ ਦਿਹਾੜੀ ਤੇ ਵੀ ਕੰਮ ਕਰੀ ਜਾਂਦੇ ਨੇ। ਸੋ ਇਹ ਜਿਹੜਾ ਅਸੀਂ ਸਾਰਾ ਕੁਝ ਇਹ ਵੇਖਣਾ ਹੈ, ਇਹਦੇ ਵਿੱਚ ਸਾਨੂੰ ਇਹ ਵੇਖਣਾ ਚਾਹੀਦਾ ਵੀ ਜਿਹੜੇ ਕੰਮ ਅਸੀਂ ਕਰਨ ਨੂੰ ਕਹਿ ਰਹੇ ਹਾਂ ਹਕੂਮਤਾਂ ਕਰਦੀਆਂ ਨੇ, ਇਹ ਹਰ ਥਾਂ ਤੇ ਕੀਤਾ ਹੈ। ਮਹਾਰਾਸ਼ਟਰ ਦੇ ਵਿੱਚ ਇੱਕ ਵੱਡੀ ਮੂਵਮੈਂਟ ਚੱਲੀ। ਰੀਸੈਂਟ ਐਗਜ਼ਾਮਪਲ ਤੁਹਾਨੂੰ ਦੱਸਦਾ, ਤੁਹਾਨੂੰ 2012-13 ਦਾ ਪਤਾ ਹੋਣਾ ਵੀ ਪੰਜਾਬ ਦੇ ਲੋਕਾਂ ਨੇ ਜਾਰਜੀਆ 'ਚ ਬਹੁਤ ਜ਼ਮੀਨਾਂ ਖਰੀਦੀਆਂ। ਜਾਰਜੀਆ ਇੱਕ ਕੰਟਰੀ ਹੈ, ਉਤੋਂ ਉਹ ਜ਼ਮੀਨਾਂ ਖਰੀਦਣ ਕਰਕੇ ਤੇ ਉੱਥੋਂ ਦੇ ਲੋਕਲ ਲੋਕਾਂ ਨੂੰ ਜਿਹੜਾ ਸੀ ਇਸ ਗੱਲ ਦਾ ਝਟਕਾ ਲੱਗਾ ਵੀ ਇੰਨੀ ਵੱਡੀ ਪਾਪੂਲੇਸ਼ਨ ਇੱਕੋ ਦਮ, ਕਿਉਂਕਿ ਗਵਰਨਮੈਂਟ ਦੀ ਇਹ ਗਲਤੀ ਸੀ, ਜਾਰਜੀਅਨ ਗਵਰਨਮੈਂਟ ਦੀ, ਉਹਨਾਂ ਪੈਸੇ ਦੇ ਲਾਲਚ ਦੇ ਵਿੱਚ ਲੋਕਾਂ ਨੂੰ ਥੋਕ ਦੇ ਭਾਅ ਜ਼ਮੀਨਾਂ ਵੰਡੀਆਂ ਤੇ ਆਉਂਦਿਆਂ ਹੀ ਉਹਨਾਂ ਨੂੰ ਸਿਟੀਜ਼ਨਸ਼ਿਪ ਗ੍ਰਾਂਟ ਕਰਨੀ ਸ਼ੁਰੂ ਕਰਤੀ। ਹੁਣ ਉਹਨਾਂ ਨੂੰ ਜਿਹੜੇ ਲੋਕਲ ਲੋਕ ਸੀ, ਜਿਹੜੇ ਲੋਕਲ ਉੱਥੋਂ ਦੇ ਸੋਚਣ ਵਾਲੇ ਦਿਮਾਗ ਦੇ ਬੰਦੇ ਸੀ, ਉਹਨਾਂ ਨੇ ਇਹ ਗੱਲ ਕਹੀ ਵੀ ਇਹ ਤਾਂ ਬਹੁਤ ਵੱਡਾ ਪਾਗਲਪਨ ਹੈ ਵੀ ਤੁਸੀਂ ਇੱਕ ਵੱਡੀ ਪਾਪੂਲੇਸ਼ਨ ਨੂੰ ਇੱਥੇ ਲਿਆ ਕੇ ਉਹਨਾਂ ਨੂੰ ਬਿਨਾਂ ਕਿਸੇ ਕਲਚਰਲ ਟ੍ਰੇਨਿੰਗ ਦੇ, ਬਿਨਾਂ ਕਿਸੇ ਉਹਨਾਂ ਨੂੰ ਸਾਡੀ ਬੋਲੀ ਦੀ ਲੈਂਗੁਏਜ ਦੀ ਟ੍ਰੇਨਿੰਗ ਦੇ ਤੁਸੀਂ ਸਾਡੇ ਸਿਰ ਤੇ ਬਿਠਾਤਾ ਜੀ ਲੈ ਕੇ। ਉਹਨਾਂ ਨੇ ਫਿਰ ਮੂਵਮੈਂਟ ਚਲਾਈ ਵੀ ਜਾਰਜੀਆ ਫॉर ਜਾਰਜੀਅਨਸ। ਹੁਣ ਉਹ ਤੋਂ ਬਾਅਦ 'ਚ ਬਹੁਤ ਬੰਦਿਆਂ ਦੀ ਸਿਟੀਜ਼ਨਸ਼ਿਪਾਂ ਰੱਦ ਹੋਈਆਂ, ਬਹੁਤ ਬੰਦਿਆਂ ਨੂੰ ਜ਼ਮੀਨਾਂ ਵੇਚ ਕੇ ਮੁੜਨਾ ਪਿਆ। ਪੰਜਾਬ ਦੇ ਨਜ਼ਰ ਤੋਂ ਇਹ ਆਪਣੇ ਲਈ ਘਾਟਾ ਹੋ ਸਕਦਾ ਜਿਹੜੇ ਬੰਦੇ ਨੇ ਖਰੀਦਿਆ, ਪਰ ਉੱਥੋਂ ਦੇ ਲੋਕਾਂ ਨੇ ਇਹ ਸੋਚਿਆ ਵੀ ਜੇ ਅੱਜ ਅਸੀਂ ਇਹ ਚੀਜ਼ ਨੂੰ ਕੰਟਰੋਲ ਨਹੀਂ ਕਰਦੇ, ਜੇ ਅੱਜ ਅਸੀਂ ਨਹੀਂ ਕਰਦੇ ਤੇ ਕੱਲ ਨੂੰ ਅਸੀਂ ਆਪਣੇ ਖਿੱਤੇ ਦੇ ਵਿੱਚ ਹੀ, ਜਿਹੜਾ ਸਾਡਾ ਖਿੱਤਾ ਹੈ ਉਹਦੇ ਵਿੱਚ ਹੀ ਸਾਨੂੰ ਕੋਈ ਹੋਰ ਬੰਦਾ ਡੋਮੀਨੇਟ ਕਰੂਗਾ। ਇਹਦੀਆਂ ਐਗਜ਼ਾਮਪਲਾਂ ਆ ਰਹੀਆਂ ਨੇ ਪੰਜਾਬ ਦੇ ਵਿੱਚ, ਜਿਹੜੇ ਦਿਨ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਜਿੱਥੇ ਕ੍ਰਾਈਮ ਦੇ ਵਿੱਚ ਮਾਈਗ੍ਰੈਂਟ ਵਰਕਰ ਜਿਹੜੇ ਜ਼ਿਆਦਾ ਇਨਵੋਲਵ ਹੁੰਦੇ ਆ।
ਉੱਥੇ ਅਨਸੇਫ ਏਰੀਆ ਡਿਵੈਲਪ ਹੋ ਜਾਂਦੇ ਆ, ਉੱਥੇ ਜਿਹੜੀਆਂ ਸਲਮਸ ਡਿਵੈਲਪ ਹੁੰਦੀਆਂ ਨੇ, ਜਿਹੜੀਆਂ ਆਪਣੇ ਝੁੱਗੀ ਝੌਪੜੀਆਂ ਵਾਲਾ ਇਲਾਕਾ ਹੈ, ਉਹ ਤੋਂ ਬਾਅਦ 'ਚ ਉਹ ਫਿਰ ਪਰਮਾਨੈਂਟ, ਕਿਉਂਕਿ ਦੇਖੋ ਹਰ ਇੱਥੇ ਜਦੋਂ ਇੱਕ ਦੋ ਚੀਜ਼ਾਂ ਆਪਾਂ ਵੇਖਣੀਆਂ ਨੇ, ਜਦੋਂ ਇੱਕ ਤੇ ਜਿਹੜਾ ਸੀ ਪੰਜਾਬ ਦੇ ਵਿੱਚ ਦੋ ਤਰ੍ਹਾਂ ਦੀ ਪੋਲਿਟਿਕਸ ਹੈ, ਮੇਜਰਲੀ ਸਿੱਖਾਂ ਨੇ ਡੋਮੀਨੇਟ ਕੀਤਾ ਹੈ ਪੋਲਿਟਿਕਸ ਨੂੰ, ਤੇ ਜਦੋਂ ਵੋਟ ਤੰਤਰ ਹੈ ਨਾ, ਵੋਟ ਤੰਤਰ ਦੇ ਵਿੱਚ ਸਿਰਾਂ ਦੀ ਗਿਣਤੀ ਹੁੰਦੀ ਹੈ। ਜਿਹੜੇ ਕਰਪਟ ਪੋਲੀਟੀਸ਼ੀਅਨ ਸੀ, ਜਿਨ੍ਹਾਂ ਦਾ ਇਖਲਾਕ ਕੋਈ ਨਹੀਂ, ਜਿਨ੍ਹਾਂ ਦਾ ਧਰਮ ਕੋਈ ਨਹੀਂ, ਜਿਨ੍ਹਾਂ ਨੂੰ ਪੰਜਾਬ ਨਾਲ ਕੋਈ ਪਿਆਰ ਨਹੀਂ, ਉਹਨਾਂ ਨੇ ਥੋਕ ਦੇ ਭਾਅ ਹਕੂਮਤ ਦੀ ਸ਼ਹਿ ਦੇ ਉੱਤੇ, ਇਹਦੇ ਤੇ ਰੈਗੂਲੇਸ਼ਨ ਹੋਣੀ ਚਾਹੀਦੀ ਸੀ ਪਹਿਲਾਂ, ਜਿਹੜੀ ਨਹੀਂ ਹੈਗੀ, ਹਕੂਮਤ ਦੀ ਸ਼ਹਿ ਦੇ ਉੱਤੇ ਉਹਨਾਂ ਨੂੰ ਰਾਸ਼ਨ ਕਾਰਡ ਦਿੱਤੇ, ਉਹਨਾਂ ਨੂੰ ਆਧਾਰ ਕਾਰਡ ਬਣਾ ਕੇ ਦਿੱਤੇ, ਲੋਕਲ ਐਡਰੈਸ ਪ੍ਰੋਵਾਈਡ ਕਰਾਏ, ਸਾਰਾ ਕੁਝ ਕੀਤਾ ਬਿਨਾਂ ਕਿਸੇ ਮਤਲਬ ਇਨਵੈਸਟਮੈਂਟ ਦੇ, ਬਿਨਾਂ ਕਿਸੇ ਉਹਨਾਂ ਦੀ ਕਲਚਰਲ ਟ੍ਰੇਨਿੰਗ ਦੇ, ਬਿਨਾਂ ਕਿਸੇ ਚੀਜ਼ ਦੇ ਉਹਨਾਂ ਨੂੰ ਸਾਰਾ ਕੁਝ ਵੰਡਿਆ, ਤੇ ਉਹਨਾਂ ਦੀਆਂ ਵੋਟਾਂ ਕੁਝ ਸਾਲਾਂ ਲਈ ਸਿਕਿਉਰ ਕਰ ਲਈਆਂ। ਹੁਣ ਜਿਹੜੇ ਬੇਵਕੂਫਾਂ ਨੇ ਕੰਮ ਕੀਤਾ, ਜਿਹੜੇ ਲੀਡਰਾਂ ਨੇ, ਪੋਲੀਟੀਸ਼ੀਅਨਸ ਨੇ, ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਅੱਜ ਤੇ ਤੁਸੀਂ 4 ਸਾਲ 5 ਸਾਲ ਇਹਨਾਂ ਦੀਆਂ ਵੋਟਾਂ ਲੈ ਲੋਗੇ, ਪਰ ਬਾਅਦ ਜਦੋਂ ਇਹ ਲੋਕ ਡੋਮੀਨੇਟ ਕਰਨਗੇ, ਜਦੋਂ ਇਹ ਲੋਕ ਉਸ ਇਲਾਕੇ ਦੇ ਵਿੱਚ ਆਪਣਾ ਮਤਲਬ ਇਹਨਾਂ ਦੇ ਕਾਰੋਬਾਰ ਵੀ ਹੋਣਗੇ, ਇਹਨਾਂ ਦਾ ਕਲਚਰ ਵੀ ਡਿਵੈਲਪ ਹੋਊਗਾ, ਉਸ ਤੋਂ ਬਾਅਦ 'ਚ ਇਹ ਲੋਕ ਫਿਰ ਆਪਣੀ ਜਿਹੜੀ ਇਹਨਾਂ ਦੀ ਕਲਚਰਲ ਪ੍ਰੈਫਰੈਂਸ ਆ, ਧਾਰਮਿਕ ਪ੍ਰੈਫਰੈਂਸ ਆ, ਉਹਦੇ ਮੁਤਾਬਕ ਵੋਟ ਪਾਉਣਗੇ। ਹੁਣ ਪੰਜਾਬ ਦੇ ਹਿੰਦੂ ਨੂੰ ਬਿਹਾਰੀ ਮਾਈਗ੍ਰੈਂਟ ਦੇ ਆਉਣ ਨਾਲ ਸਿਰਫ ਆਰਥਿਕਤਾ ਦਾ ਨੁਕਸਾਨ ਹੋ ਰਿਹਾ, ਮਤਲਬ ਉਹਦੀ ਜੌਬ ਉਹ ਲੈ ਸਕਦਾ ਹੈ ਬਿਹਾਰੀ ਮਾਈਗ੍ਰੈਂਟ ਸਸਤੇ, ਜਾਂ ਯੂਪੀ ਦਾ ਜਾਂ ਹੋਰ ਕਿਸੇ ਬੰਦੇ ਦਾ, ਪੰਜਾਬ ਦੇ ਹਿੰਦੂ ਨੂੰ ਇਹ ਨੁਕਸਾਨ ਹੋ ਰਿਹਾ। ਪਰ ਪੰਜਾਬ ਦੇ ਸਿੱਖ ਨੂੰ ਕਲਚਰਲ ਨੁਕਸਾਨ ਵੀ ਹੋ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਬਿਹਾਰੀ ਮਾਈਗ੍ਰੈਂਟ ਹੈ ਉਹ 5 ਸਾਲਾਂ ਨੂੰ ਹਿੰਦੂ ਹੋ ਕੇ ਵੋਟ ਪਾਊਗਾ, 4-5 ਸਾਲਾਂ ਦੇ ਵਿੱਚ ਹੈ। ਪੰਜਾਬ ਦਾ ਜਿਹੜੀ ਸਿੱਖ ਵੋਟ ਹੈ ਉਹ ਤੇ ਆਲਰੇਡੀ ਬਹੁਤ ਡਿਵਾਈਡਡ ਹੈ। ਸਿੱਖ ਵੋਟ ਇੰਨੇ ਥਾਵਾਂ ਦੇ ਉੱਤੇ ਡਿਵਾਈਡਡ ਹੈ, ਜਿਹਨੂੰ ਮਤਲਬ ਆਪਾਂ ਨੂੰ ਆਲਰੇਡੀ ਆਪਾਂ ਇਸ ਕ੍ਰਾਈਸਿਸ ਚੋਂ ਲੰਘ ਰਹੇ ਹਾਂ। ਸੋ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਵੀ ਐਵੇਂ ਹੀ ਇਹ ਕਹਿ ਦੇਣਾ, ਸਾਨੂੰ ਇਹ ਨਾਰਾ ਚਲਾਉਣ ਦੀ ਲੋੜ ਹੈ ਵੀ ਪੰਜਾਬ ਪੰਜਾਬੀਆਂ ਦਾ, ਪੰਜਾਬ ਕੇਵਲ ਪੰਜਾਬੀਆਂ ਦਾ। ਇਹਦੇ 'ਚ ਮੈਂ ਵੀ ਕਹਿੰਦਾ ਵੀ ਹਿੰਦੂਆਂ ਨੂੰ ਵੀ ਰਾਈਟ ਹੋਣਾ ਚਾਹੀਦਾ, ਮੁਸਲਮਾਨਾਂ ਨੂੰ ਵੀ ਹੋਣਾ ਚਾਹੀਦਾ। ਪਿੱਛੇ ਜੇ ਇਹਦੀ ਇੱਕ ਹੋਰ ਐਗਜ਼ਾਮਪਲ ਆਪਾਂ ਦੇਖੀ, ਗੁੱਜਰਾਂ ਦਾ ਮਸਲਾ ਬਣਿਆ। ਹੁਣ ਗੁੱਜਰ ਪੰਜਾਬੀ ਮੁਸਲਮਾਨ ਨਹੀਂ ਹੈਗੇ, ਗੁੱਜਰ ਬਾਹਰੋਂ ਮਾਈਗ੍ਰੇਟ ਕਰਕੇ ਆਏ ਆ, ਉਹਨਾਂ ਦਾ ਰਹਿਣ ਸਹਿਣ ਦਾ ਢੰਗ ਆ। ਹੁਣ ਉਹਨਾਂ ਨੇ ਕਿੱਦਾਂ ਕੰਪੀਟ ਕਰੂਗਾ ਇੱਕ ਜਿਹੜਾ ਦੂਜਾ ਨਾਰਮਲ ਦੁੱਧ ਵੇਚਣ ਵਾਲਾ ਜਾਂ ਜਿਹਨੇ ਪਸ਼ੂ ਪਾਲਣ ਦਾ ਕੰਮ ਕਰਨਾ ਹੈ। ਗੁੱਜਰ ਝੌਂਪੜੀਆਂ 'ਚ ਰਹਿੰਦੇ, ਉਹਨਾਂ ਦਾ ਘਰਾਂ ਦਾ ਕੋਈ ਖਰਚਾ ਨਹੀਂ, ਉਹਨਾਂ ਦਾ ਕੋਈ ਬਿਜਲੀ ਦਾ ਖਰਚਾ ਨਹੀਂ ਹੈ, ਉਹਨਾਂ ਦਾ ਕੋਈ ਐਜੂਕੇਸ਼ਨ ਦਾ ਖਰਚਾ ਨਹੀਂ, ਕੋਈ ਸਕੂਲ ਦੀ ਪੜ੍ਹਾਈ ਦਾ ਖਰਚਾ ਨਹੀਂ। ਉਹ ਸੜਕਾਂ ਦੇ ਕੰਢੇ ਜ਼ਮੀਨਾਂ ਠੇਕੇ ਤੇ ਲੈ ਕੇ ਮਾੜਾ ਮੋਟਾ ਰਹੀ ਜਾਂਦੇ ਨੇ। ਹੁਣ ਉਹਦੇ ਨਾਲ ਹੁੰਦਾ ਕੀ ਹੈ ਵੀ ਜਿਹੜੇ ਬੰਦੇ ਨੇ ਅਸੀਂ ਇੱਕ ਸੁਸਾਇਟੀ 'ਚ ਰਹਿ ਰਹੇ ਹਾਂ, ਅਸੀਂ ਇੱਕ ਸੁਸਾਇਟੀ ਜਿਹੜੀ ਆ ਸਿਰਜੀ ਹੋਈ ਆ, ਹਜ਼ਾਰਾਂ ਸਾਲਾਂ ਤੋਂ ਚੱਲਦੇ ਆ ਰਹੇ ਆ। ਅਸੀਂ ਇੱਕ ਸਿਸਟਮ ਖੜਾ ਕੀਤਾ ਦੁਕਾਨ ਦਾ, ਮਕਾਨ ਦਾ, ਰਹਿਣ ਦਾ, ਸਹਿਣ ਦਾ। ਉਹ ਆਣ ਕੇ ਉਹਨੂੰ ਡਿਸਟਰਬ ਕਰ ਦਿੰਦੇ ਨੇ ਪੂਰੀ ਤਰ੍ਹਾਂ। ਸੋ ਉਹ ਕਿਸੇ ਪ੍ਰੋਸੈਸ ਦੇ ਵਿੱਚੋਂ ਨਹੀਂ ਹੈਗਾ, ਉਹਨਾਂ ਦੀਆਂ ਵੋਟਾਂ ਬਣ ਜਾਂਦੀਆਂ ਨੇ। ਉਹ ਗੱਲ, ਕਿਉਂਕਿ ਦੇਖੋ ਕਈ ਤੇ ਮੂਰਖ ਇਹੋ ਜਿਹੇ ਬੰਦੇ ਹੁੰਦੇ ਸਰਪੰਚ, ਜਿਹੜੇ ਦੁੱਧ ਫਰੀ ਦਾ ਲੈਣ ਦੇ ਚੱਕਰ 'ਚ ਉਹਨਾਂ ਦੀ ਵੋਟਾਂ ਬਣਾ ਕੇ ਦੇ ਦਿੰਦੇ ਨੇ। ਫਿਰ ਉਹਨਾਂ ਨੇ ਪਿੱਛੇ ਜੇ ਅਨਾਇਤਪੁਰਾ ਆਪਣੇ ਵੇਖਿਆ ਕੀ ਕੇਸ ਬਣਿਆ, ਉਹਨਾਂ ਸਿੱਖਾਂ ਨੂੰ ਕੁੱਟਿਆ ਉੱਥੇ ਗੁੱਜਰਾਂ ਨੇ। ਚਲੋ ਉੱਥੇ ਮਸਲਾ ਪੈ ਕੇ ਜਥੇਬੰਦੀਆਂ ਨੇ ਹੱਲ ਕਰਾਇਆ, ਪਰ ਪੰਜਾਬ ਦੇ ਜਦੋਂ ਗੁੱਜਰਾਂ ਦੇ ਖਿਲਾਫ ਮੂਵਮੈਂਟ ਚੱਲੀ, ਉਹਨੂੰ ਮੁਸਲਿਮ ਇਸ਼ੂ ਬਣਾ ਦਿੱਤਾ। ਹੁਣ ਇਹ ਵੇਖਣਾ ਚਾਹੀਦਾ ਵੀ ਪੰਜਾਬ ਦਾ ਮੁਸਲਮਾਨ ਗੁੱਜਰਾਂ ਦਾ ਵਿਰੋਧ ਕਿਉਂ ਨਹੀਂ ਕਰਦਾ, ਤੇ ਪੰਜਾਬ ਦਾ ਹਿੰਦੂ ਬਿਹਾਰੀ ਤੇ ਯੂਪੀ ਤੇ ਬੰਗਾਲੀ ਮਾਈਗ੍ਰੈਂਟ ਦਾ ਵਿਰੋਧ ਕਿਉਂ ਨਹੀਂ ਕਰਦਾ। ਕੀ ਇਹ ਇਸ ਕਰਕੇ ਨਹੀਂ ਕਰਦੇ ਵੀ ਪੰਜਾਬ ਦੇ ਵਿੱਚ ਜਦੋਂ ਮੁਸਲਿਮ ਪਾਪੂਲੇਸ਼ਨ ਵੱਧਦੀ ਹੈ ਤੇ ਮੁਸਲਮਾਨ ਬੇਸ਼ੱਕ ਜਿਹੜਾ ਵਾ ਉਹਨੂੰ ਆਰਥਿਕਤਾ ਦਾ ਨੁਕਸਾਨ ਹੋ ਸਕਦਾ ਗੁੱਜਰਾਂ ਦੇ ਆਉਣ ਨਾਲ ਕੋਈ ਕਾਰੋਬਾਰ ਦੇ ਵਿੱਚ, ਪਰ ਉਹਦਾ ਜਿਹੜਾ ਧਾਰਮਿਕ ਤੌਰ ਤੇ ਉਹਨੂੰ ਫਾਇਦੇ ਦੇ ਰੂਪ ਚ ਲੈ ਰਿਹਾ। ਸੋ ਇਸ ਕਰਕੇ ਉਹ ਚੁੱਪ ਬੈਠੇ ਨੇ। ਹਿੰਦੂ ਦਾ ਵੀ ਇਹੋ ਹੀ ਹਾਲ ਹੈ, ਹਿੰਦੂ ਵੀ ਇਸ ਕਰਕੇ ਚੁੱਪ ਹੈ ਕਿਉਂਕਿ ਉਹਨੂੰ ਲੱਗਦਾ ਵੀ ਚਲੋ ਬਿਹਾਰੀ ਆਉਣਗੇ, ਸਿੱਖਾਂ ਦੀ ਡੋਮੀਨੇਟਸ ਘਟ ਜੂਗੀ ਪੋਲੀਟੀਕਲ ਸਿਸਟਮ ਤੋਂ, ਤੇ ਅਸੀਂ ਇਹਨਾਂ ਨੂੰ ਬਿਹਾਰੀਆਂ ਨੂੰ ਡੋਮੀਨੇਟ ਕਰਾਂਗੇ ਬਾਅਦ ਦੇ ਵਿੱਚ, ਬਿਹਾਰੀ ਮਾਈਗ੍ਰੈਂਟਸ ਨੂੰ, ਕਿਉਂਕਿ ਉਹ ਅਲਸਰ ਜਦੋਂ ਧਰਮ ਦੀ ਆਵਾਜ਼ ਆਊਗੀ ਤਾਂ ਉਹ ਤੇ ਆਪਣੇ ਪਾਸੇ ਜਾਣਗੇ ਨਾ। ਹੁਣ ਸਿੱਖਾਂ ਦੀ ਪ੍ਰੋਬਲਮ ਇਹ ਆ ਵੀ ਜਿਹੜੀ ਆਪਾਂ ਸਿੱਕਲੀਗਰ ਸਿੱਖਾਂ ਨੂੰ ਵਸਾਉਣ ਦੀ ਗੱਲ ਕੀਤੀ ਸੀ, ਬੜੇ ਸਮੇਂ ਤੋਂ ਕੋਸ਼ਿਸ਼ ਵੀ ਜਾਰੀ ਨੇ, ਪਰ ਨਾ ਤੇ ਕਿਸੇ ਸਿੱਖ ਆਰਗੇਨਾਈਜੇਸ਼ਨ ਨੇ ਧਿਆਨ ਦਿੱਤਾ। ਪਹਿਲੀ ਗੱਲ, ਇਹ ਸਿੱਖ ਆਰਗੇਨਾਈਜੇਸ਼ਨ ਦਾ ਫਰਜ਼ ਨਹੀਂ ਹੈਗਾ ਇੱਥੇ। ਇਹ ਫਰਜ਼ ਪਹਿਲਾਂ ਤਾਂ ਸਭ ਤੋਂ ਗਵਰਨਮੈਂਟ ਦਾ। ਜਿਹੜੀ ਹਕੂਮਤ ਸਾਡੇ ਕੋਲੋਂ ਟੈਕਸ ਲੈ ਰਹੀ ਹੈ, ਜਿਹੜੀ ਹਕੂਮਤ ਪੰਜਾਬ ਦੀ ਜਿਹੜੀ ਸਰਕਾਰ ਹੈ, ਉਹ ਪੰਜਾਬ ਦੀ ਸਰਕਾਰ ਹੈ ਨਾ, ਉਹਦਾ ਪਹਿਲਾ ਮਕਸਦ ਇਹ ਹੈ ਨਾ ਵੀ ਪੰਜਾਬ ਦਾ ਭਲਾ ਸੋਚਣਾ। ਬਾਕੀ ਗੱਲਾਂ ਉਹਦੇ ਲਈ ਬਾਅਦ 'ਚ ਹੋ ਸਕਦੀਆਂ, ਸੈਕੰਡਰੀ ਹੋ ਸਕਦੀਆਂ ਵੀ ਹੋਰ ਇਲਾਕਿਆਂ 'ਚ ਕੀ ਵਾਪਰਿਆ ਕੀ ਨਹੀਂ ਵਾਪਰਿਆ। ਪੰਜਾਬ ਦੀ ਸਰਕਾਰ ਜਿਹੜੀ ਹੈ ਉਹਦੇ ਵਿੱਚ ਉਹਨਾਂ ਨੇ ਇਹ ਸੋਚਣਾ ਵੀ ਸਾਡਾ ਜਿਹੜਾ ਵੀ ਕੰਮ ਅਸੀਂ ਕਰਨਾ ਹੈ, ਇੱਥੋਂ ਤੱਕ ਵੀ ਜੇ ਅਸੀਂ ਇੱਕ ਬੰਦਾ ਵੀ ਬਾਹਰੋਂ ਮਾਈਗ੍ਰੇਟ ਕਰਕੇ ਇੱਥੇ ਕੰਮ ਤੇ ਲਾਉਣਾ ਹੈ, ਜੇ ਉਹਨੂੰ ਸੱਦਣਾ ਹੈ ਅਸੀਂ, ਉਹਦਾ ਪ੍ਰੋਸੀਜਰ ਇੰਨਾ ਸਟਰੋਂਗ ਹੋਣਾ ਚਾਹੀਦਾ ਵੀ ਕੰਪਨੀਆਂ ਜਾਂ ਤੇ ਬਕਾਇਦਾ ਟੈਕਸ ਭਰਨ। ਜੇ ਕੰਪਨੀ ਕਹਿੰਦੀ ਹੈ ਵੀ ਸਾਨੂੰ ਸਕਿਲਡ ਵਰਕਰ ਨਹੀਂ ਮਿਲਦੇ, ਸਕਿਲਡ ਵਰਕਰ ਤੋਂ ਭਾਵ ਹੈ ਵੀ ਜਿਨ੍ਹਾਂ ਨੂੰ ਕੋਈ ਸਕਿੱਲ ਆਉਂਦੀ ਹੈ, ਤੇ ਉਹ ਪੰਜਾਬ ਦੇ ਵਿੱਚ ਸਕਿੱਲ ਸੈਂਟਰ ਖੋਲ੍ਹਣੇ ਚਾਹੀਦੇ,
ਵਰਕਸ਼ਾਪ ਲੱਗਣੀ ਚਾਹੀਦੀ ਹੈ। ਪੰਜਾਬ ਦੇ ਲੋਕਲ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੋਰਸ ਕਰਾ ਕੇ ਤੇ ਉਹਨਾਂ ਨੂੰ ਕੇਪੇਬਲ ਬਣਾਉਣਾ ਚਾਹੀਦਾ ਵੀ ਉਹ ਇੱਥੇ ਕੰਮ ਕਰ ਸਕਣ। ਨਾਲੇ ਤੇ ਇਹਦੇ ਨਾਲ ਦੂਜੀ ਮਾਈਗ੍ਰੇਸ਼ਨ ਰੁਕੂਗੀ, ਜਿਹੜੇ ਸਾਡੇ ਲੋਕਾਂ ਨੂੰ ਪੈਸੇ ਦੀ ਮਜਬੂਰੀ ਕਰਕੇ ਵੀ ਜਾਣਾ ਪੈ ਰਿਹਾ ਬਾਹਰ, ਉਹ ਵੀ ਰੁਕੂਗੀ। ਦੂਜੀ ਇਹ ਗੱਲ ਆ ਵੀ ਪੰਜਾਬ ਦਾ ਜਿਹੜਾ ਕਲਚਰ ਉਹ ਵੀ ਪ੍ਰੀਜ਼ਰਵ ਹੋਇਆ ਰਹੂਗਾ। ਪਰ ਪੰਜਾਬ ਦੀ ਗੌਰਮੈਂਟ ਸਕਿਲਡ ਵਰਕਰ ਛੱਡੋ, ਲੇਬਰ ਕਲਾਸ ਵਰਕਰ ਨੂੰ ਵੀ ਮਤਲਬ ਲੋਕਲ ਬੰਦਿਆਂ ਨੂੰ ਪ੍ਰੈਫਰੈਂਸ ਨਹੀਂ ਦਿੰਦੀ। ਫੈਕਟਰੀਆਂ ਕੀ ਆ, ਫੈਕਟਰੀਆਂ ਵੱਧ ਤੋਂ ਵੱਧ ਮੁਨਾਫਾ ਲੈਣ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਕਲਚਰ ਨਾਲ ਕੋਈ ਲੈਣਾ ਦੇਣਾ ਨਹੀਂ, ਉਹਨਾਂ ਨੂੰ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ। ਉਹ ਕੀ ਆ, ਉਹ ਇੱਕ ਕੈਪੀਟਲਿਜ਼ਮ ਦਾ ਟੂਲ ਬਣ ਗਈਆਂ ਫੈਕਟਰੀਆਂ। ਜਿਹੜਾ ਕੈਪੀਟਲਿਜ਼ਮ ਦੀ ਸਾਰੀ ਜਿਹੜਾ ਪ੍ਰੋਸੈਸ ਹੈ ਉਹ ਇਦਾਂ ਹੀ ਕੰਮ ਕਰਦਾ ਹੈ, ਉਹ ਮੈਜੋਰਿਟੇਰੀਅਨ ਹੋ ਜਾਂਦਾ ਹੈ। ਉਹ ਆਪਣਾ ਕੈਪੀਟਲਿਜ਼ਮ ਜਿਹੜਾ ਵਾ ਉਹ ਬੈਨੀਫੀਸ਼ੀਅਲ ਹੋ ਜਾਂਦਾ ਹੈ। ਉਹਦੇ 'ਚ ਉਹਨਾਂ ਨੂੰ ਕੀ ਆ ਵੀ ਜਿਹੜੀ ਉਹਨਾਂ ਨੂੰ ਫਾਇਦਾ ਦਿਸਦਾ ਹੈ ਉਹਦੇ ਲਈ ਉਹ ਕਲਚਰ ਨੂੰ ਜਿਹੜਾ ਵਾ ਉਹ ਅਸਿਮੀਲੇਟ ਹੁੰਦਾ ਤੇ ਹੋ ਜਾਵੇ। ਇੱਕ ਸਿੱਖ ਫੈਕਟਰੀ ਦਾ ਮਾਲਕ ਜਿਹੜਾ ਵਾ ਉਹ ਬਿਹਾਰੀ ਮਾਈਗ੍ਰੈਂਟ ਨੂੰ ਪ੍ਰੈਫਰ ਕਿਉਂ ਕਰੂਗਾ? ਕਿਉਂਕਿ ਉਹਨੂੰ ਵੱਧ ਫਾਇਦਾ ਦਿਖ ਰਿਹਾ, ਉਹ ਕਲਚਰ ਨੂੰ ਪ੍ਰੈਫਰ ਨਹੀਂ ਕਰ ਰਿਹਾ। ਪਰ ਉਹਦੇ ਤੇ ਲਗਾਮ ਕਿਹਨੇ ਕੱਸਣੀ ਹੈ? ਉਹਦੇ ਤੇ ਲਗਾਮ ਕੱਸਣੀ ਹੈ ਪੰਜਾਬ ਦੀ ਹੁਕੂਮਤ ਨੇ, ਜਿਹੜੀ ਹੁਕੂਮਤ ਨੂੰ ਪੰਜਾਬ ਦੀ ਆਇਡੈਂਟੀਟੀ ਨੂੰ, ਪੰਜਾਬ ਦੀ ਡਿਵਰਸਿਟੀ ਨੂੰ ਪ੍ਰੋਟੈਕਟ ਕਰਨ ਦਾ ਕਰਕੇ ਜਿਹੜਾ ਵਾ ਉਹ ਇੱਥੇ ਸੱਤਾ ਦਿੱਤੀ ਗਈ ਹੈ। ਪਰ ਉਹ ਹੁਕੂਮਤ ਦਾ ਤੇ ਕ੍ਰਾਈਸਿਸ ਇਹ ਚੱਲ ਰਿਹਾ ਵੀ ਉਹਦੇ ਵਿੱਚ ਰੂਲ ਕਰਨ ਵਾਲੇ ਬੰਦੇ ਪੰਜਾਬ ਤੋਂ ਨਹੀਂ, ਪੰਜਾਬ ਤੋਂ ਬਾਹਰ ਰਾਜ ਸਭਾ ਦੇ ਮੈਂਬਰ ਲਾਏ ਜਾ ਰਹੇ ਨੇ। ਸੋ ਅਸੀਂ ਇਹ ਗੱਲ ਸਮਝੀਏ ਵੀ ਜਿਹੜਾ ਕ੍ਰਾਈਸਿਸ ਸਾਡੇ ਤੇ ਆ ਰਿਹਾ, ਜਿਹੜਾ ਅਸੀਂ ਜਿੰਨਾ ਵੀ ਅਸੀਂ ਫੇਸ ਕਰ ਰਹੇ ਹਾਂ ਸਾਰੀਆਂ ਪ੍ਰੋਬਲਮਸ, ਸਾਨੂੰ ਅੱਜ ਅਸੀਂ ਜੇ ਨਹੀਂ ਸੰਭਲੇ, ਬਹੁਤ ਲੋਕ ਕਹਿੰਦੇ ਨੇ ਵੀ ਕੁਛ ਨਹੀਂ ਆ ਜੀ ਬਾਹਰ, ਅਸੀਂ ਪ੍ਰੋਬਲਮ ਇਹ ਆ ਵੀ ਇੱਥੇ ਤੁਸੀਂ ਪੰਜਾਬ ਨੂੰ ਖਾਲੀ ਛੱਡ ਕੇ ਬਾਹਰ ਨਹੀਂ ਜਾ ਰਹੇ। ਜੇ ਤੇ ਪੰਜਾਬ ਸਿਰਫ ਖਾਲੀ ਹੋ ਰਿਹਾ, ਇੱਥੇ ਪਾਪੂਲੇਸ਼ਨ ਘਟ ਰਹੀ ਹੈ ਤੇ ਕੋਈ ਮਸਲਾ ਨਹੀਂ ਹੈਗਾ, ਪੰਜਾਬ ਬਾਹਰ ਜਾਓ। ਪਰ ਇੱਥੇ ਤੁਹਾਨੂੰ ਰਿਪਲੇਸ ਕੀਤਾ ਜਾ ਰਿਹਾ, ਬਿਹਾਰ 'ਚ, ਯੂਪੀ 'ਚ, ਬੰਗਾਲ 'ਚ ਉਹਨਾਂ ਲੋਕਾਂ ਨੂੰ ਰਿਪਲੇਸ ਨਹੀਂ ਕੀਤਾ ਜਾ ਰਿਹਾ। ਇੱਕ ਸਾਡੇ 'ਚ ਇੱਕ ਹੋਰ ਟ੍ਰੈਂਡ ਹੈ ਨਿਊਕਲੀਅਰ ਫੈਮਿਲੀਜ਼ ਦਾ ਆ ਗਿਆ, ਜਿਸ 'ਚ ਅਸੀਂ ਸਾਡੇ ਨਿਆਣੇ ਇੱਕ ਅਗੜੀ ਹੈ ਨਾ, ਉਹ ਬਾਹਰ ਚਲ ਜਾਂਦਾ, ਪੰਜਾਬ 'ਚ ਕੋਈ ਰਹਿੰਦਾ ਨਹੀਂਗਾ। ਇਹ ਵੀ ਟ੍ਰੈਂਡ ਸੁਸਾਈਡਲ ਆ। ਅਸੀਂ ਸਾਰਾ ਕੁਝ ਸੁਸਾਈਡਲ ਕਰ ਰਹੇ ਹਾਂ। ਅਸੀਂ ਹਰ ਚੀਜ਼ ਜਿਹੜੀ ਆ ਉਹ ਮਤਲਬ ਖੁਦਕੁਸ਼ੀ ਕਰਨ ਵਾਲੀ ਹੈ ਸਾਡੇ ਬਾਅਦ। ਕਿਉਂਕਿ ਜੇ ਇੱਕ ਅਸੀਂ ਨਿਊਕਲੀਅਰ ਫੈਮਲੀਆਂ ਬਣਾ ਲਈਆਂ, ਛੋਟੀਆਂ ਫੈਮਲੀਆਂ ਬਣਾ ਲਈਆਂ, ਉਹਦੇ ਵਿੱਚ ਕੀ ਆ ਵੀ ਜੇ ਬੱਚਾ ਬਾਹਰ ਜਾਂਦਾ ਹੈ ਤੇ ਮਾਂ ਪਿਓ ਨੂੰ ਮਗਰ ਜਾਣਾ ਪੈਂਦਾ, ਉਹਦੇ ਕੋਲ ਇੱਥੇ ਰਹਿਣ ਨੂੰ ਕੁਝ ਨਹੀਂ ਹੈਗਾ। ਫਿਰ ਜਦੋਂ ਬਾਹਰ ਚਲ ਜਾਂਦੇ ਨੇ, ਇੱਥੇ ਸਿਸਟਮ ਇੰਨਾ ਕਰਪਟ ਹੈ, ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਕਬਜ਼ੇ ਹੇਠ ਆ ਜਾਂਦੀਆਂ ਨੇ। ਸੋ ਉਹਨੂੰ ਚੰਗਾ ਸੋਚਦੇ ਜ਼ਮੀਨਾਂ ਵੇਚ ਦਈਏ। ਜਦੋਂ ਜ਼ਮੀਨਾਂ ਵੇਚਣ ਤੋਂ ਉਹਦੇ ਨੇ ਖਰੀਦਦਾਰ ਕੌਣ ਹੁੰਦਾ? ਬਾਣੀਆਂ। ਉਹ ਦਿੱਲੀ ਦਾ ਭਾਵੇਂ ਪੰਜਾਬ ਦਾ ਵੀ ਬਾਣੀਆ ਹੈ, ਪੰਜਾਬ ਦਾ ਬਾਣੀਆ ਪੰਜਾਬ ਦੇ ਵਿੱਚ ਜ਼ਮੀਨ ਖਰੀਦ ਕੇ ਕੀ ਕਰਦਾ? ਉਹ ਕਾਰਪੋਰੇਸ਼ਨ ਨੂੰ ਵੇਚਦਾ, ਕਲੋਨੀਆਂ ਕੱਟ ਦਿੰਦਾ। ਉੱਥੇ ਰਹਿੰਦਾ ਕੌਣ ਆਣ ਕੇ? ਗੈਰ ਪੰਜਾਬੀ ਰਹਿੰਦੇ ਨੇ। ਪਿੱਛੇ ਜੇ ਮੁਹਾਲੀ ਦੇ ਵਿੱਚ ਇੱਕ ਕਲੋਨੀ ਦੇ ਬਾਹਰ ਬੋਰਡ ਲੱਗਾ ਵੀ ਇੱਥੇ ਸਿਰਫ ਹਿਮਾਚਲੀਆਂ ਨੂੰ ਘਰ ਦਿੱਤੇ ਜਾਣਗੇ। ਮੁਹਾਲੀ ਪੰਜਾਬ ਦਾ ਸ਼ਹਿਰ ਹੈ, ਉਹਦੇ ਵਿੱਚ ਇੱਕ ਕਲੋਨੀ ਬਣਦੀ, ਉਹਦੇ ਬਾਹਰ ਬੋਰਡ ਲਾਇਆ ਜਾਂਦਾ ਵੀ ਇੱਥੇ ਪੰਜਾਬੀਆਂ ਨੂੰ ਘਰ ਨਹੀਂ ਮਿਲ ਸਕਦਾ। ਸੋ ਇਹ ਕੰਮ ਉੱਥੇ ਨਹੀਂ ਹੋ ਰਿਹਾ। ਉੱਥੋਂ ਦੇ ਲੋਕਾਂ ਨੂੰ ਹੋਰ ਚਿੰਤਾਵਾਂ ਹੋ ਸਕਦੀਆਂ। ਸਾਡੀ ਚਿੰਤਾ ਆਰਥਿਕਤਾ ਨੂੰ ਵੱਡੀ ਹੈ। ਜੇ ਇਕੱਲਾ ਆਰਥਿਕ ਇਹਦੇ 'ਚ ਐਸਪੈਕਟ ਹੈਗਾ ਵੀ ਸਾਡੇ ਲੋਕ ਬੇਰੁਜ਼ਗਾਰ ਨੇ, ਇਹ ਇੱਕ ਆਰਥਿਕ ਐਸਪੈਕਟ ਹੈਗਾ ਹੈ ਸਾਡਾ ਵੀ, ਪਰ ਇਹ ਤੋਂ ਵੱਡਾ ਐਸਪੈਕਟ ਹੈ ਵੀ ਸਾਡਾ ਕਲਚਰਲ ਜੈਨੋਸਾਈਡ ਹੋ ਰਿਹਾ। ਇਹ ਸਹਿ ਸੁਭਾਅ ਨਹੀਂ ਹੋ ਗਿਆ ਵੀ ਇੱਥੋਂ ਪੰਜਾਬੀ ਉੱਜੜ ਕੇ ਜਾ ਰਹੇ ਨੇ ਤੇ ਉਧਰੋਂ ਬਿਹਾਰੀ ਆ ਰਹੇ ਨੇ, ਜਾਂ ਉਧਰੋਂ ਯੂਪੀ ਦੇ ਲੋਕ ਆ ਰਹੇ ਨੇ, ਜਾਂ ਉਧਰੋਂ ਬੰਗਾਲ ਦੇ ਲੋਕ ਆ ਰਹੇ ਨੇ, ਜਾਂ ਹੋਰ ਸੂਬਿਆਂ ਤੋਂ ਲੋਕ ਆ ਰਹੇ ਨੇ। ਇਹ ਸਹਿ ਸੁਭਾਅ ਨਹੀਂ ਹੋ ਰਿਹਾ। ਇੱਥੇ ਹਰ ਚੀਜ਼ ਨੂੰ ਰਿਪਲੇਸ ਕੀਤਾ ਗਿਆ, ਫਲ ਵੇਚਣ ਤੋਂ ਲੈ ਕੇ। ਹੁਣ ਕਈ ਲੋਕ ਕਹਿਣਗੇ ਸਾਡੇ ਲੋਕਾਂ ਨੂੰ ਸ਼ਰਮ ਆਉਂਦੀ, ਸ਼ਰਮ ਨਹੀਂ ਆਉਂਦੀ। ਉਹਨਾਂ ਨੇ ਸਾਡੇ ਲੋਕਾਂ ਨੂੰ ਜੇ ਫਰਜ਼ ਕਰੋ ਰਿਕੁਆਇਰਮੈਂਟ, ਕੰਜ਼ਿਊਮਰ ਦੀ ਰਿਕੁਆਇਰਮੈਂਟ ਪੂਰੀ ਕਰਨੀ ਮਾਰਕੀਟ ਦਾ ਫਰਜ਼ ਬਣ ਜਾਂਦਾ, ਸਪਲਾਇਰ ਦਾ। ਹੁਣ ਜੇ ਸਪਲਾਇਰ ਜਿਹੜਾ ਵਾ ਗੌਰਮੈਂਟ ਰੈਗੂਲੇਟ ਕਰੂਗੀ, ਸਪਲਾਇਰ ਇੱਥੋਂ ਦਾ ਹੀ ਚਾਹੀਦਾ ਸਾਨੂੰ, ਕਿਉਂ ਨਾ ਸਾਡੇ ਬੰਦੇ ਸਪਲਾਈ ਕਰਨਗੇ? ਸਾਡੇ ਬੰਦੇ ਨਰੇਗਾ 'ਚ ਕੰਮ ਕਰ ਰਹੇ ਨੇ, ਸਾਡੇ ਬੰਦੇ ਜਿਹੜੇ ਐਸਸੀ ਕਲਾਸ 'ਚ ਨੇ, ਦੂਜੇ ਨੇ, ਸਾਰੇ ਨੇ, ਉਹ ਵੀ ਜੌਬਸ ਤੋਂ ਬਾਹਰ ਹੋ ਗਏ। ਉਹ ਕਿਉਂ ਹੋਏ ਆ? ਕਿਉਂਕਿ ਇੱਥੋਂ ਦੇ ਕੁਝ ਗ੍ਰੀਡੀ ਪੋਲੀਟੀਸ਼ੀਅਨਸ ਨੇ। ਪਰ ਉਹ ਇਕੱਲੀ ਪੋਲੀਟੀਸ਼ੀਅਨ ਦੀ ਗਲਤੀ ਨਹੀਂ ਹੈਗੀ। ਇਕੱਲੀ ਹਿਮਾਚਲ ਦਾ ਪੋਲੀਟੀਸ਼ੀਅਨ ਜਿੰਨਾ ਮਰਜ਼ੀ ਗ੍ਰੀਡੀ ਹੋ ਜੇ, ਉਹ ਉੱਥੇ ਮਾਈਗ੍ਰੈਂਟ ਵਰਕਰ ਨਹੀਂ ਵਸਾ ਸਕਦਾ। ਕਿਉਂਕਿ ਗਵਰਨਮੈਂਟ ਨੂੰ ਪਤਾ ਹੈ ਵੀ ਜੇ ਇੱਥੇ ਵੀ ਇਹ ਕੰਮ ਹੋ ਗਿਆ ਤੇ ਇੱਥੇ ਤਾਂ ਸਾਡਾ ਬੇੜਾ ਗਰਕ ਹੋ ਜਾਊਗਾ। ਉਹ ਹਿਮਾਚਲ ਦੀ ਲੋਕਲ ਪਾਪੂਲੇਸ਼ਨ ਨੂੰ, ਕਲਚਰ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਨੇ। ਬਾਕੀ ਸੂਬਿਆਂ 'ਚ ਵੀ ਇੱਦਾਂ। ਸਾਡੇ ਸੂਬੇ ਦੇ ਵਿੱਚ ਕਰਪਟ ਲੀਡਰ ਤੇ ਹੈਗੇ, ਹਕੂਮਤਾਂ ਨੂੰ ਮਿਲ ਜਾਂਦੇ ਹੁੰਦੇ ਆ ਕਰਪਟ ਲੀਡਰ। ਪਰ ਇੱਥੇ ਇੰਟੈਂਸ਼ਨ ਇੰਡੀਅਨ ਸਟੇਟ ਦੀ ਇਹ ਹੈ ਵੀ ਅਸੀਂ ਇੱਥੇ ਸਿੱਖਾਂ ਨੂੰ ਡਿਸਪਲੇਸ ਕਰਕੇ ਇਹਨਾਂ ਦੀ ਜਗ੍ਹਾ ਹੋਰ ਬੰਦੇ ਲਿਆ ਕੇ, ਹੋਰ ਕੌਮਾਂ ਲਿਆ ਕੇ ਸਿੱਖਾਂ ਦੀ ਪਾਪੂਲੇਸ਼ਨ ਇੰਨੀ ਘਟਾ ਦੇਣੀ ਆ ਵੀ ਸਿੱਖਾਂ ਦਾ ਦਾਵਾ ਹੀ ਖਤਮ ਹੋ ਜਾਏ। ਅਕਸਰ ਦਾਵਾ ਕਿੱਦਾਂ ਹੋਣਾ? ਕੱਲ ਨੂੰ ਜੇ ਕੋਈ ਸੈਂਸਸ ਹੋ ਜਾਂਦਾ ਵੀ ਇੱਥੇ ਕਿੰਨੀ ਪਾਪੂਲੇਸ਼ਨ ਹੈ ਸਿੱਖਾਂ ਦੀ, ਜੇ ਸਿੱਖਾਂ ਦੀ ਪਾਪੂਲੇਸ਼ਨ 20% ਨਿਕਲਦੀ ਪੰਜਾਬ ਤੇ, ਦਾਵਾ ਕਿੱਦਾਂ ਕਰਾਂਗੇ ਅਸੀਂ? ਫਿਰ ਹੋਰ 2 ਸਟੇਟਾਂ ਨੂੰ ਘਟਾ ਲਾਂਗੇ ਪੰਜਾਬ ਦੀਆਂ ਨੂੰ। ਸੋ ਅਸੀਂ ਜਿਹੜੇ ਬੰਦੇ ਕਹਿੰਦੇ ਵੀ ਬਾਹਰੋਂ ਤੁਸੀਂ ਬੈਠੇ ਜੋ ਤੇ ਤੁਸੀਂ ਆਪ ਬਾਹਰ ਬੈਠੇ ਜੋ, ਤੁਸੀਂ ਪੁੱਛੋ ਤੇ ਸਹੀ ਵੀ ਜਿਹੜੇ ਬੰਦੇ ਲੱਖ ਰੁਪਈਆ, 2 ਲੱਖ ਰੁਪਈਆ, 5 ਲੱਖ ਰੁਪਈਆ ਵੀਜ਼ੇ ਤੇ ਲੈ ਕੇ ਜਾਂਦੇ ਨੇ,
ਹੁਣ ਦੁਬਈ ਦੀ ਤੁਹਾਨੂੰ ਮੈਂ ਦੱਸ ਦਿੰਦਾ ਹੈ, ਜਿਹੜੇ ਮੋਸਟਲੀ ਆਪਣੇ ਲੋਕ ਡਰਾਈਵਿੰਗ ਦੇ ਫੀਲਡ 'ਚ ਨੇ, ਉਹ ਪਹਿਲਾਂ ਲੱਖ 2 ਲੱਖ ਦਾ 2-4 ਲੱਖ ਦਾ ਵੀਜ਼ਾ ਲੈਂਦੇ ਨੇ, ਉਸ ਤੋਂ ਬਾਅਦ 'ਚ ਉਹ ਲਾਇਸੈਂਸ ਦੀ ਫੀਸ ਹੀ 4-5 ਲੱਖ ਰੁਪਈਆ। ਜਦੋਂ ਉਹ ਕਮਾਉਣ ਵਾਲੇ ਬਣਦੇ ਨੇ 5 ਸਾਲ 4 ਸਾਲ ਉਹਨਾਂ ਦੇ ਪੈਸੇ ਨਹੀਂ ਲੱਥਦੇ। ਸੋ ਉੱਥੋਂ ਦੀ ਹੁਕੂਮਤ ਜਿਹੜੀ UAE ਦੀ ਹੁਕੂਮਤ ਹੈ, ਉਹ ਕਦੀ ਵੀ ਉਹਨਾਂ ਨੂੰ ਕੋਈ ਰਾਈਟ ਗ੍ਰਾਂਟ ਨਹੀਂ ਕਰਦੀ, ਸਿਟੀਜ਼ਨਸ਼ਿਪ ਗ੍ਰਾਂਟ ਨਹੀਂ ਕਰਦੀ, ਹੈ ਨਾ। ਸੋ ਉਹ ਆਪਣਾ ਕਲਚਰ ਪ੍ਰੋਟੈਕਟ ਕਰੀ ਫਿਰਦੇ। ਕੱਲ ਨੂੰ ਉਹਨਾਂ ਨੇ ਜਿੰਨਾ ਲੈ ਲਿਆ ਲੋਕਾਂ ਦੇ ਕੋਲੋਂ, ਉਹਨਾਂ ਕੋਲ ਹੀ ਆ, ਸਾਰੇ ਲੋਕ ਸੜਕ ਚੱਲ ਜਾਣ, ਉਹਨਾਂ ਨੂੰ ਕੀ ਫਰਕ ਪੈ ਰਿਹਾ। ਸੋ ਇੱਕ ਦੂਜੀ ਗੱਲ ਇਹ ਆ ਵੀ ਉਹਨਾਂ ਲੋਕਾਂ ਦੀ ਲੋੜ ਸੀ, ਉਹਨਾਂ ਕੋਲ ਬੰਦੇ ਨਹੀਂ ਸੀ ਹੈਗੇ। UAE ਦੀ ਟੋਟਲ ਪਾਪੂਲੇਸ਼ਨ ਜਿਹੜੀ ਹੈ ਉਹ 1 ਕਰੋੜ ਹੈ, ਉਹ 'ਚੋਂ 90 ਲੱਖ ਬਾਹਰ ਦੇ ਲੋਕ ਨੇ, ਵੱਖ-ਵੱਖ ਮੁਲਕਾਂ ਤੋਂ ਆਏ। ਇਹ 10 ਲੱਖ ਦੀ ਆਬਾਦੀ ਲੋਕਲ ਹੈ ਉਹਨਾਂ ਦੀ। ਉਹਨਾਂ ਨੂੰ ਕੰਮ ਦੀ ਵੀ ਲੋੜ ਸੀ। ਜਦੋਂ ਉਹਨਾਂ ਕੋਲ ਪੈਸਾ ਆ ਗਿਆ, ਆਇਲ ਆ ਗਿਆ, ਉਹਨਾਂ ਨੇ ਛੋਟੇ ਕੰਮਾਂ ਵਾਸਤੇ ਬਾਹਰੋਂ ਵਰਕਰ ਮੰਗਾਏ, ਮੇਨ ਜੌਬਸ ਤੇ ਆਪ ਉਹਨਾਂ ਨੇ ਆਪਣੀ ਬੋਲੀ ਨੂੰ ਪ੍ਰੋਟੈਕਟ ਕੀਤਾ। ਉੱਥੇ ਤੁਹਾਨੂੰ ਸਾਈਨ ਬੋਰਡ ਹੁਣ ਸਾਰੇ ਅਰਬੀ ਲਿਖੀ ਮਿਲਦੀ ਹੈ। ਤੁਹਾਡੀ ਮਜਬੂਰੀ ਹੈ, ਤੁਸੀਂ ਉੱਥੇ ਬੇਸ਼ੱਕ 40 ਲੱਖ ਦੇ ਕਰੀਬ ਇੰਡੀਆ ਤੋਂ ਲੋਕ ਆਏ ਨੇ, ਪਰ ਉਹਨਾਂ ਬੋਰਡਾਂ 'ਤੇ ਹਿੰਦੀ ਥੋੜੀ ਲਿਖ ਦਿੱਤੀ। ਸੋ ਇੱਕ ਤੇ ਨਾ ਆਪਣਾ ਜਿਹੜਾ ਐਗਜ਼ਾਮਪਲਸ ਦੇਣੀਆਂ ਨੇ ਕੋਈ ਵੀ, ਉਹ ਘੱਟੋ ਘੱਟ ਇਹ ਸੋਚਿਆ ਕਰੋ ਵੀ ਜਦੋਂ ਅਸੀਂ ਮਾਈਗ੍ਰੇਟ ਕਰਦੇ ਹਾਂ ਉਦੋਂ ਸਾਡੇ ਪਿੱਛੇ ਇੱਕ ਵਜ੍ਹਾ ਵੀ ਹੋ ਰਿਹਾ, ਮਜਬੂਰੀ ਵੀ ਹੋ ਰਿਹਾ, ਤੇ ਸਾਡਾ ਪ੍ਰੋਸੈਸ ਵੀ ਹੋ ਰਿਹਾ। ਅਸੀਂ 50 ਰੁਪਈਆਂ ਦੀ ਟਿਕਟ ਲੈ ਕੇ ਨਹੀਂ ਤੁਰ ਪੈਂਦੇ ਸਟੇਸ਼ਨ ਤੇ ਚੜ੍ਹ ਕੇ ਤੇ ਪੰਜਾਬ ਦੇ ਵਿੱਚ ਆਪਣਾ ਕਲਚਰਲ ਇਨਫਲੂਐਂਸ ਪਾਉਣ। ਸੋ ਅਸੀਂ ਜਿਹੜਾ ਨਾ ਸਾਰਾ ਕੁਝ ਹੈ, ਇਹਨੂੰ ਸੋਚੋ ਵਿਚਾਰੋ। ਇਹ ਕੱਲ ਨੂੰ ਇਹ ਮਸਲਾ ਕੀ ਬਣ ਰਿਹਾ ਹੈ ਵੀ ਅੱਜ ਅਸੀਂ ਇਹ ਕਹਿੰਦੇ ਹਾਂ ਵੀ ਦੇਖੋ ਜੀ, ਇਸ ਚੀਜ਼ ਦੀ ਪਰਵਾਹ ਨਾ ਕਰੋ। ਕੱਲ ਨੂੰ ਲੁਧਿਆਣਾ ਅੱਜ 15 ਲੱਖ ਦੇ ਕਰੀਬ ਹੈ, ਕੱਲ ਨੂੰ 20 ਹੋ ਜਾਣਗੇ। ਔਰ ਪਿੱਛੇ ਜੇ ਇੱਕ ਸਿੱਖ ਨੂੰ ਬੰਨ੍ਹ ਕੇ ਭਈਆਂ ਨੇ ਕੁੱਟਿਆ ਖੰਭੇ ਦੇ ਨਾਲ। ਪੰਜਾਬ ਦੇ ਵਿੱਚ ਇਹ ਘਟਨਾ ਵਾਪਰੀ। UP ਬਿਹਾਰ ਤੇ ਚਲੋ ਵਾਪਰਦੀਆਂ ਰਹੀਆਂ, ਉੱਥੇ ਸਿੱਖਾਂ ਦੇ ਜੈਨੋਸਾਈਡ ਵੀ ਹੋਏ ਆ। ਪੰਜਾਬ ਦੇ ਵਿੱਚ ਇਹ ਘਟਨਾ ਵਾਪਰੀ ਹੈ ਵੀ ਸਿੱਖਾਂ ਨੂੰ ਉਹਨਾਂ ਨੇ ਕੁੱਟਿਆ। ਹੁਣ ਹਿੰਦੁਸਤਾਨ ਦੇ ਵਿੱਚ ਇੱਕੋ ਹੀ ਇਲਾਕਾ ਵਾ ਜਿੱਥੇ ਸਿੱਖ ਡੋਮੀਨੇਟ ਕਰਦੇ ਆ, ਜਿੱਥੇ ਜਦੋਂ 84 ਦੀ ਨਸਲਕੁਸ਼ੀ ਹੋਈ ਆ ਤੇ ਸਿੱਖਾਂ ਦੀ ਪੰਜਾਬ 'ਚ ਹਿੰਦੂਆਂ ਵੱਲੋਂ ਨਸਲਕੁਸ਼ੀ ਇਸ ਕਰਕੇ ਨਹੀਂ ਹੋ ਸਕੀ ਕਿਉਂਕਿ ਸਿੱਖ ਡੋਮੀਨੇਟਿੰਗ ਧਿਰ ਆ ਇੱਥੇ। ਹਕੂਮਤ ਨੇ ਬੇਸ਼ੱਕ ਫੌਜ ਲਾ ਕੇ ਕੀਤੀ ਆ, ਪਰ ਕੋਈ ਸਿਵਿਲੀਅਨ ਨਹੀਂ ਕਰ ਸਕਿਆ, ਕੋਈ ਸਿਵਿਲੀਅਨ ਧਿਰ, ਕੋਈ ਮੌਬ ਨਹੀਂ ਉੱਠ ਕੇ ਕਰ ਸਕਿਆ। ਪੰਜਾਬ ਤੋਂ ਬਾਹਰ ਸਾਰੇ ਥਾਂ ਤੇ ਹੋਈ ਹੈ। ਸੋ ਪੰਜਾਬ ਤੋਂ ਬਾਹਰ ਸਿੱਖ ਕਿੱਡਾ ਵੀ ਕਾਰੋਬਾਰੀ ਹੋਵੇ, ਉਹ ਥ੍ਰੈਟ 'ਚ ਜੀ ਰਿਹਾ। ਤੇ ਜੇ ਪੰਜਾਬ 'ਚ ਵੀ ਅਸੀਂ ਥ੍ਰੈਟ 'ਚ ਆ ਗਏ ਤੇ ਫਿਰ ਸਾਡਾ ਮਤਲਬ ਦਾਵਾ ਕਿੱਥੇ ਹੋਊਗਾ? ਹੋਰ ਦੁਨੀਆ ਤੇ ਅਸੀਂ ਕੈਨੇਡਾ ਚਲ ਜੀ, ਅਮਰੀਕਾ ਚਲ ਜੀ, ਅਸੀਂ ਦਾਵਾ ਥੋੜੀ ਕਰ ਸਕਦੇ ਹਾਂ। ਦੂਜੀ ਗੱਲ ਹੈ ਜਿਹੜੇ ਕੈਨੇਡਾ ਅਮਰੀਕਾ ਨੂੰ ਰੋਂਦੇ ਨੇ ਵੀ ਉੱਥੋਂ, ਹੁਣ ਦੇਖੋ ਕੈਨੇਡਾ ਅਮਰੀਕਾ ਜਿਹੜਾ ਹੈ ਉਹ ਲੋਕਲ ਉੱਥੋਂ ਦੇ ਗੋਰੇ ਵੀ ਤਾਂ ਉੱਥੇ ਮਾਈਗ੍ਰੇਟ ਕਰਕੇ ਗਏ ਨੇ ਨਾ। ਉਹਨਾਂ ਸਾਨੂੰ ਕੀ ਰਾਈਟ ਦਿੱਤਾ? ਉਹਨਾਂ ਨੇ ਆਪ ਜਿਹੜਾ ਵਾ ਉੱਥੇ ਕਲੋਨੀ ਬਣਾ ਕੇ ਉੱਥੇ ਵਸੇ ਨੇ। ਅਸੀਂ ਵੀ ਉੱਥੇ ਜਾ ਕੇ ਪਾਰਟਿਸਿਪੇਟ ਕਰ ਰਹੇ ਹਾਂ। ਅਸੀਂ ਜਿਹੜਾ ਵਾ ਉੱਥੇ ਜਾ ਕੇ ਕਲਚਰਲ ਇਨਫਲੂਐਂਸ ਨਹੀਂ ਪਾ ਰਹੇ ਕੋਈ ਕਿਸੇ ਕਿਸਮ ਦਾ। ਸਾਡੇ ਬੰਦੇ 1910-15 ਦੇ ਗਏ ਆ ਤੇ ਹੁਣ ਤੱਕ ਉਹਨਾਂ ਨੂੰ ਸੰਘਰਸ਼ ਕਰਨਾ ਪੈਂਦਾ ਟਰਬਨ ਰਾਈਟਸ ਵਾਸਤੇ, ਦੂਜੇ ਰਾਈਟਸ ਵਾਸਤੇ, ਬਹੁਤ ਕੁਝ ਉਹਨਾਂ ਨੂੰ ਕਰਨਾ ਪੈਂਦਾ। ਉਹ ਦੂਜੀ ਤੀਜੀ ਪੀੜ੍ਹੀ ਵੈਸੇ ਹੀ ਅਸਿਮੀਲੇਟ ਹੋ ਕੇ ਸਾਡੀ ਗੋਰਿਆਂ 'ਚ ਜਾ ਰਲਦੀ। ਸੋ ਅਸੀਂ ਇਹ ਕੰਪੈਰੀਜ਼ਨ ਨਾ ਕਰੀਏ ਇਹਨਾਂ ਗੱਲਾਂ ਦੇ, ਕਿਉਂਕਿ ਇਹ ਬੇਵਕੂਫਾਂ ਵਾਲੇ ਕੰਪੈਰੀਜ਼ਨ ਹੈ ਜਿਹੜਾ ਬੰਦਾ ਵੀ ਕਰਦਾ। ਇੱਥੇ ਜਿਹੜਾ ਵਾ ਜਥੇਬੰਦੀਆਂ ਨੂੰ ਵੀ ਕਹਿਣਾ ਚਾਹੁੰਦਾ ਵੀ ਜਦੋਂ ਕੋਈ ਭਈਏ ਗੁੰਡਾਗਰਦੀ ਕਰਦੇ ਆ ਤੁਸੀਂ ਚੁੱਪ ਕਰਦੇ। ਜੇ ਕਿਸੇ ਇੱਕ ਸਿੱਖ ਨੇ ਭਈਆ ਕੁੱਟਿਆ ਹੋਵੇ ਕਿਤੇ ਫੜ ਕੇ, ਫਿਰ ਤੁਸੀਂ ਸਾਰੇ ਇਕੱਠੇ ਹੋ ਕੇ ਉਹਦੇ ਘਰ ਚਲ ਜਾਂਦੇ ਜੋ। ਤੁਸੀਂ ਪੰਜਾਬ ਤੋਂ ਬਾਹਰ ਜਾ ਕੇ ਦੇਖੋ, ਪੰਜਾਬ ਤੋਂ ਬਾਹਰ ਲੜਾਈ ਕਿਸੇ ਦੀ ਹੋਵੇ, ਕਸੂਰ ਕਿਸੇ ਦਾ ਹੋਵੇ, ਉਹ ਬੰਦੇ ਇਕੱਠੇ ਹੋ ਕੇ ਤੇ ਸਿੱਖਾਂ ਨੂੰ ਕੁੱਟਦੇ ਨੇ। ਹਿਮਾਚਲ 'ਚ ਕਿੰਨੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਰੀਸੈਂਟਲੀ। ਸੋ ਅਸੀਂ ਇਹ ਗੱਲਾਂ ਛੱਡੀਏ, ਇਹਨਾਂ ਗੱਲਾਂ ਦੇ ਉੱਤੇ ਇਕੱਠੇ ਹੋਈਏ, ਕਿਉਂਕਿ ਜੇ ਅਸੀਂ ਹੁਣ ਨਾ ਇਕੱਠੇ ਹੋਏ, ਇਹ ਨਾਰਾ ਜ਼ਰੂਰ ਬੁਲੰਦ ਹੋਣਾ ਚਾਹੀਦਾ ਵੀ ਪੰਜਾਬ ਪੰਜਾਬੀਆਂ ਦਾ। ਇਹਦੇ ਤੇ ਪੋਲੀਟੀਕਲ ਪਾਰਟੀਆਂ ਨੂੰ ਘੇਰਨਾ ਚਾਹੀਦਾ, ਇਹਦੇ ਤੇ ਲੀਡਰਾਂ ਨੂੰ ਘੇਰਨਾ ਚਾਹੀਦਾ, ਚਾਹੇ ਉਹ ਪਾਵਰ 'ਚ ਨੇ ਚਾਹੇ ਪਾਵਰ 'ਚੋਂ ਬਾਹਰ ਨੇ। ਉਹਨਾਂ ਲੀਡਰਾਂ ਨੂੰ ਇੱਥੇ ਜਵਾਬਦੇਹ ਬਣਾਉਣਾ ਚਾਹੀਦਾ ਜਿਨ੍ਹਾਂ ਨੇ ਥੋਕ ਦੇ ਭਾਅ ਰਾਸ਼ਨ ਕਾਰਡ ਬਣਾਏ ਪਿਛਲੇ 20 ਸਾਲਾਂ 'ਚ। 84 ਤੋਂ ਬਾਅਦ 35 ਸਾਲਾਂ 'ਚ ਜਿੰਨੇ ਵੀ ਇਹ ਰਾਸ਼ਨ ਕਾਰਡ ਜਾਂ ਆਧਾਰ ਕਾਰਡ ਪੰਜਾਬ 'ਚ ਬਣੇ ਆ, ਸਭ ਰੱਦ ਹੋਣੇ ਚਾਹੀਦੇ। ਕਿਉਂ ਬਣੇ ਆ? ਇਹ ਹਕੂਮਤ ਦੀ ਸ਼ਾਇਦ ਦੇ ਉੱਤੇ ਕਲਚਰਲ ਇਨਫਲੂਐਂਸ ਤੇ ਸਿੱਖਾਂ ਨੂੰ ਘੱਟ ਗਿਣਤੀ ਬਣਾਉਣ ਦਾ ਇੱਕ ਯਤਨ ਹੈ। ਇਹ ਨਹੀਂ ਹੈਗਾ ਵੀ ਡਾਕੂਮੈਂਟ ਇੱਕ ਵਾਰੀ ਬਣ ਗਿਆ ਤੇ ਮੁੜ ਨਹੀਂ ਹੋ ਸਕਦਾ। ਡਾਕੂਮੈਂਟ ਬਣਾਉਣ ਦਾ ਪ੍ਰੋਸੀਜਰ ਕੀ ਸੀ? ਕਿਹੜਾ ਟੈਸਟ ਪਾਸ ਕੀਤਾ ਸੀ ਉਹਨਾਂ ਲੋਕਾਂ ਨੇ ਇੱਥੇ ਆਣ ਕੇ? ਉਹਨਾਂ ਕੋਲ ਰਾਈਟ ਕੀ ਸੀ ਪੱਕਾ ਘਰ ਇੱਥੇ ਬਣਾਉਣ ਦਾ, ਰਹਿਣ ਦਾ? ਸੋ ਮਾਈਗ੍ਰੈਂਟ ਵਰਕਰਸ ਦੀ ਤਰ੍ਹਾਂ ਕੰਮ ਕਰਨ। ਪਹਿਲੀ ਗੱਲ ਤੇ ਮਾਈਗ੍ਰੈਂਟ ਵਰਕਰ ਬਣਾਉਣ ਦੇ ਉੱਤੇ ਉਹਨਾਂ ਚਿਰ ਪਾਬੰਦੀ ਹੋਣੀ ਚਾਹੀਦੀ ਹੈ। ਕੋਈ ਆਰਗੇਨਾਈਜੇਸ਼ਨ ਬਣੇ ਸਰਕਾਰ ਵੱਲੋਂ, ਕੋਈ ਕਮੇਟੀ ਬਣੇ ਜਿਹੜੀ ਤੈਅ ਕਰੇ ਵੀ ਆਸ ਫੀਲਡ 'ਚ ਸਾਨੂੰ ਇੰਨੇ ਮਾਈਗ੍ਰੈਂਟ ਵਰਕਰ ਚਾਹੀਦੇ ਆ, ਤੇ ਜੇ ਇੰਨੇ ਚਾਹੀਦੇ ਤਾਂ ਲੋਕਾਂ ਨੂੰ ਤਿਆਰ ਕੀਤਾ ਜਾਵੇ। ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਇੱਥੇ ਝੋਨਾ ਤਾਂ ਨਹੀਂ ਲਾ ਰਹੇ ਨਾ। ਝੋਨਾ ਲਾਉਣ ਵਾਲੇ ਬੰਦੇ ਆਉਣਗੇ ਸੀਜ਼ਨ 'ਚ ਮੁੜ ਜਾਣਗੇ ਆਪਣਾ ਲਾ ਕੇ। ਫੈਕਟਰੀਆਂ 'ਚ ਕੰਮ ਕਰਨ ਵਾਲੇ ਬੰਦੇ ਤੇ ਸਾਲ ਭਰ ਉੱਥੇ ਕੰਮ ਕਰਦੇ। ਕੀ ਪੰਜਾਬ ਦੇ ਬੰਦੇ ਕੈਪੇਬਲ ਨਹੀਂ ਹੈਗੇ ਫੈਕਟਰੀਆਂ 'ਚ ਕੰਮ ਕਰਨ ਨੂੰ? ਪੰਜਾਬ ਦੇ ਬੰਦਿਆਂ ਨੂੰ ਕੰਮ ਕਿਉਂ ਨਹੀਂ ਦਿੱਤਾ ਜਾਂਦਾ? ਕਿਉਂਕਿ ਉਹਨਾਂ ਨੂੰ ਫੈਸਿਲਿਟੀਜ਼ ਵੱਧ ਪ੍ਰੋਵਾਈਡ ਕਰਨੀਆਂ ਪੈਣੀਆਂ। ਉਹਨਾਂ ਦਾ ਇੱਕ ਪਰਿਵਾਰ ਹੈ, ਉਹਨਾਂ ਨੂੰ ਮਿਨੀਮਮ ਵੇਜ ਤੈਅ ਕਰਨੀ ਪੈਣੀ ਹੈ। ਹਕੂਮਤ ਨੂੰ ਹਰ ਇੱਕ ਫੈਕਟਰੀ ਤੇ ਰੈਗੂਲੇਟ ਕਰਨਾ ਪਊਗਾ ਵੀ ਮਿਨੀਮਮ ਵੇਜ ਕੀ ਹੈ। ਜਿੰਨਾ ਚਿਰ ਉਹ ਨਹੀਂ ਤੈਅ ਕਰਦੇ ਉਹਨਾਂ ਚਿਰ ਤੁਸੀਂ ਕੈਨੇਡਾ ਅਮਰੀਕਾ ਦੀਆਂ ਗੱਲਾਂ ਕਰਦੇ। ਉੱਥੇ ਤਾਂ ਬਹੁਤ ਜ਼ਿਆਦਾ ਕਾਨੂੰਨ ਨੇ। ਉੱਥੇ ਇੱਦਾਂ ਬੰਦਾ ਜਾ ਕੇ ਉਹ ਕਲਚਰਲ ਇਨਫਲੂਐਂਸ ਨਹੀਂ ਪਾ ਸਕਦਾ।
ਸੋ ਇਹ ਇੰਨੀਆਂ ਕਿ ਮੇਰੀਆਂ ਬੇਨਤੀਆਂ ਸਨ। ਜਿਹੜਾ ਇਹ ਪ੍ਰੋਬਲਮ ਲੰਮੇ ਸਮੇਂ ਤੋਂ ਚੱਲ ਰਹੀ ਹੈ ਵੀ ਪੰਜਾਬ ਜਿਹੜਾ ਵਾ ਮਾਈਗ੍ਰੇਟ ਕਰ ਰਿਹਾ, ਇਹ 'ਚ ਸਾਡਾ ਕਸੂਰ ਨਹੀਂ ਵੀ ਅਸੀਂ ਮਾਈਗ੍ਰੇਟ ਕਰ ਰਹੇ, ਸਾਨੂੰ ਦੋਹਰੀ ਮਾਰ ਪੈ ਰਹੀ ਹੈ। ਸਾਡੇ ਤੇ ਜੈਨੋਸਾਈਡ ਹੁੰਦਾ, ਸਾਡੇ ਤੋਂ ਜੈਨੋਸਾਈਡ ਹੋਣ ਤੋਂ ਬਾਅਦ 'ਚ ਸਾਡੇ ਇੱਥੇ ਇੱਕ ਆਰਥਿਕਤਾ ਦਾ ਕ੍ਰਾਈਸਿਸ ਲਿਆਂਦਾ ਜਾਂਦਾ ਹੈ। ਇੱਥੇ ਇਹ ਸਾਡੇ ਕੰਪੀਟੀਸ਼ਨ 'ਚ ਉਹਨਾਂ ਬੰਦਿਆਂ ਨੂੰ ਲੈ ਕੇ ਆਂਦਾ ਜਾਂਦਾ ਹੈ ਜਿਹੜੇ ਬੰਦਿਆਂ ਦਾ ਖਰਚਾ ਹੀ ਕੋਈ ਨਹੀਂ, ਜਿਹੜੇ ਬੰਦੇ ਤਨ ਤੇ ਲੀੜਾ ਨਹੀਂ ਪਾਉਂਦੇ। ਹੁਣ ਤੁਸੀਂ ਕੀ ਕਹਿੰਦੇ ਜੋ ਪੰਜਾਬ ਦਾ ਬੰਦਾ ਆਪਣਾ ਸਟੈਂਡਰਡ ਉਹਨਾਂ ਲੋ ਕਰ ਲੇ ਵੀ ਜਿਹੜਾ ਆਪਣੇ ਤਨ ਤੋਂ ਲੀੜੇ ਲਾ ਕੇ ਸੁੱਟ ਦਵੇ ਪਰੇ। ਇਹ ਸਾਰਾ ਕੁਝ ਧਿਆਨ 'ਚ ਰੱਖਣ ਦੀ ਲੋੜ ਹੈ। ਜਿਹੜੇ ਪੋਲੀਟੀਸ਼ੀਅਨਸ ਆ, ਲੀਡਰ ਆ, ਇਹਨਾਂ ਦੀ ਕੁਰਸੀ ਉਹਨਾਂ ਚਿਰ ਸਲਾਮਤ ਹੈ ਜਿੰਨਾ ਚਿਰ ਇੱਥੇ ਸਿੱਖ ਨੇ ਡੋਮੀਨੇਟ ਕਰਦੇ। ਜਿੱਦਣ ਸਿੱਖਾਂ ਨੇ ਜੇ ਸਿੱਖ ਡੋਮੀਨੈਂਸ 'ਚੋਂ ਪਰੇ ਹੋ ਗਏ ਨਾ, ਉਦਣ ਭਗਵੰਤ ਮਾਨ ਦਾ ਹਾਲ ਹੋਣਾ ਸਾਰਿਆਂ ਦਾ। ਸੋ ਜਿਹੜੇ ਹੁਣ ਪਾਵਰ 'ਚੋਂ ਬਾਹਰ ਨੇ ਤੇ ਪਾਵਰ ਲਈ ਲੜ ਰਹੇ ਨੇ, ਜਿਹੜੇ ਵੱਡੇ ਵੱਡੇ ਦਾ, ਉਹਨਾਂ ਨੂੰ ਪਹਿਲੇ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਵੀ ਤੁਸੀਂ ਕੀਤਾ ਕੀ ਹੈ। ਇਹ ਤੁਸੀਂ ਲੁਧਿਆਣੇ ਦੇ ਆਲੇ ਦੁਆਲੇ ਸਲਮਸ ਖੜੇ ਕਿੱਦਾਂ ਕੀਤੇ ਨੇ? ਤੁਹਾਨੂੰ ਉਦੋਂ ਸਰਕਾਰ ਨੇ ਰੋਕਿਆ ਕਿਉਂ ਨਹੀਂ ਭਲਾ? ਹਕੂਮਤ ਨੇ, ਇੰਡੀਅਨ ਸਟੇਟ ਨੇ, ਕਿਉਂਕਿ ਉਹ ਤਾਂ ਚਾਹੁੰਦੀ ਸੀ ਤੁਸੀਂ ਇਹ ਕਰੋ। ਸੋ ਤੁਸੀਂ ਉਹਨਾਂ ਦੇ ਹੱਥ ਟੋਕੇ ਬਣ ਕੇ ਕੋਈ ਘੱਟ ਨਹੀਂ ਕੀਤੀ ਪੰਜਾਬ ਦੇ ਨਾਲ। ਇੰਨੀਆਂ ਕੁ ਬੇਨਤੀਆਂ ਸਨ, ਜੇ ਕੋਈ ਭੁੱਲ ਚੁੱਕ ਹੋਵੇ ਖਿਮਾ। ਤੇ ਇਸ ਗੱਲ ਤੇ ਜ਼ਰੂਰ ਧਿਆਨ ਦਿਓ। ਇਹ ਜਿਹੜਾ ਆਪਣਾ ਪੰਜਾਬ ਦੇ ਵਿੱਚ ਜਿਹੜਾ ਇਹ ਗੁੰਡਾਗਰਦੀ ਵੀ ਵੱਧ ਰਹੀ ਹੈ, ਉਹਨਾਂ ਦਾ ਇਨਫਲੂਐਂਸ ਵੀ ਵੱਧ ਰਿਹਾ, ਇਹਨੂੰ ਕੰਟਰੋਲ ਛੇਤੀ ਕੀਤਾ ਜਾਵੇ ਤਾਂ ਚੰਗੀ ਗੱਲ ਹੈ। ਜਥੇਬੰਦੀਆਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ, ਪੋਲੀਟੀਕਲ ਮੂਵਮੈਂਟ ਖੜੀ ਹੋਣੀ ਚਾਹੀਦੀ ਹੈ। ਪੰਜਾਬ ਦਾ ਹਿੰਦੂ, ਪੰਜਾਬ ਦਾ ਮੁਸਲਮਾਨ ਨੂੰ ਇਹ 'ਚ ਨੈਤਿਕ ਤੌਰ ਤੇ ਸ਼ਾਮਲ ਹੋਣਾ ਚਾਹੀਦਾ। ਜੇ ਉਹ ਨਹੀਂ ਹੁੰਦਾ ਤਾਂ ਪੰਜਾਬ ਦੇ ਨਾਲ ਗਦਾਰੀ ਹੈ। ਫਿਰ ਨਾ ਕਹਿਣ ਵੀ ਪੰਜਾਬ ਦਾ ਹਿੰਦੂ ਨਾ ਕਹੇ ਵੀ ਅਸੀਂ ਤੇ ਦੇਖੋ ਜੀ ਕਦੋਂ ਨਹੀਂ ਪੰਜਾਬ ਦੇ ਹੱਕ 'ਚ ਖਲੋਤੇ। ਇਹ ਹੋਰ ਕਾਹਦੀ ਲੜਾਈ ਹੈ? ਪੰਜਾਬ ਪੰਜਾਬੀਆਂ ਦਾ। ਤੇ ਜੇ ਤੁਸੀਂ ਆਪਣੇ ਆਪ ਨੂੰ ਪੰਜਾਬੀ ਮੰਨਦੇ, ਜੋ ਹਿੰਦੂ ਮੰਨਦੇ ਨੇ, ਮੁਸਲਮਾਨ ਮੰਨਦੇ ਨੇ, ਹੋਰ ਜਿਹੜੇ ਵੀ ਮੰਨਦੇ ਨੇ, ਉਹਨਾਂ ਨੂੰ ਖੜਨਾ ਚਾਹੀਦਾ ਪੰਜਾਬ ਦੇ ਹੱਕ ਦੇ ਵਿੱਚ। ਜੇ ਨਹੀਂ ਖੜਦੇ ਫਿਰ ਪਾਈ ਜਾ ਰੌਲਾ, ਜਦੋਂ ਮਤਲਬ ਫਿਰ ਕਿਉਂਕਿ ਫਿਰ ਤੁਹਾਡੀ ਨੀਤ ਤੇ ਸ਼ੱਕ ਕਰਨਾ ਤਾਂ ਸਾਨੂੰ ਫਿਰ ਕਰਨਾ ਹੀ ਪਊਗਾ ਨਾ। ਸਾਡੇ ਕੋਲ ਕੀ ਆਪਸ਼ਨ ਬਚਦੀ ਹੈ? ਪੰਜਾਬੀ ਸੂਬੇ ਵਾਲੇ ਤੁਸੀਂ ਪੰਜਾਬੀ ਬੋਲੀ ਤੋਂ ਮੂੰਹ ਮੋੜਿਆ, ਉਸ ਤੋਂ ਬਾਅਦ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਤੁਹਾਡਾ ਸਟੈਂਡ ਅਜੇ ਤੱਕ ਸਾਫ਼ ਨਹੀਂ ਹੋਇਆ। ਸੋ ਜੇ ਹੁਣ ਇਹਨਾਂ ਮੁੱਦਿਆਂ ਤੇ ਸਟੈਂਡ ਨਹੀਂ ਤੁਹਾਡਾ ਕਲੀਅਰ, ਤੇ ਫਿਰ ਪੰਜਾਬ ਦੇ ਵਿੱਚ ਤੁਸੀਂ ਪੰਜਾਬੀ ਕਿਉਂ ਖਵਾ ਰਹੇ ਜੋ? ਜੇ ਤੁਹਾਨੂੰ ਪੰਜਾਬ ਦਾ ਕਲਚਰ ਪਸੰਦ ਨਹੀਂ, ਤੁਸੀਂ ਪੰਜਾਬ ਛੱਡ ਕੇ ਬਾਹਰ ਚਲ ਜਾਓ। ਕਿਉਂਕਿ ਇਹ ਗੱਲ ਚੇਤਾ ਰੱਖੋ ਵੀ ਇੱਥੇ ਪੰਜਾਬ ਦੇ ਵਿੱਚ ਪੰਜਾਬੀ ਇੱਦਾਂ ਹੀ ਬੋਲਬਾਲਾ ਰਹਿਣਾ। ਇੱਥੇ ਨਾ ਤੇ ਪੰਜਾਬੀ ਬੋਲੀ ਨੂੰ ਖਤਮ ਕੀਤਾ ਜਾ ਸਕਦਾ, ਨਾ ਪੰਜਾਬ ਦੇ ਸੱਭਿਆਚਾਰ ਨੂੰ ਖਤਮ ਕੀਤਾ ਜਾ ਸਕਦਾ, ਨਾ ਸਿੱਖੀ ਨੂੰ ਖਤਮ ਕੀਤਾ ਜਾ ਸਕਦਾ। ਪਿਛਲੇ 500 ਸਾਲ ਤੋਂ ਕੋਈ ਐਸੀ ਧਿਰ ਨਹੀਂ ਹੋਰ ਸਿੱਖਾਂ ਤੋਂ ਬਿਨਾਂ ਜਿਨ੍ਹਾਂ ਨੇ ਪੰਜਾਬ ਦੀ ਹੱਦਾਂ ਸਰਹੱਦਾਂ ਦੀ ਰਾਖੀ ਆਪਣਾ ਖੂਨ ਡੋਲ ਕੇ ਨਹੀਂ ਕੀਤੀ। ਕਿਸੇ ਧਿਰ ਨੇ ਨਹੀਂ ਕੀਤੀ। ਪੰਜਾਬ ਦੇ ਸਿੱਖਾਂ ਨੇ ਚਾਹੇ ਅਬਦਾਲੀ ਚੜ੍ਹ ਕੇ ਆਇਆ, ਚਾਹੇ ਮੁਗਲ ਚੜ੍ਹ ਕੇ ਆਇਆ, ਚਾਹੇ ਅੰਗਰੇਜ਼ ਚੜ੍ਹ ਕੇ ਆਏ, ਸਭ ਦਾ ਮੁਕਾਬਲਾ ਕੀਤਾ। ਸੋ ਇਹ ਜੇ ਤੁਸੀਂ ਚਾਹੁੰਦੇ ਜੋ ਕਿ ਤੁਹਾਨੂੰ ਪੰਜਾਬ ਦੇ ਵਿੱਚ, ਇਹ ਤੁਸੀਂ ਦਾਅਵਾ ਕਰਦੇ ਜੋ ਪੰਜਾਬ ਤੇ ਪੰਜਾਬ ਸਾਡਾ ਨਹੀਂ। ਪਿੱਛੇ ਜੇ ਇੱਕ ਸ਼ਿਵ ਸੈਨਾ ਦਾ ਲੀਡਰ ਕਹਿੰਦਾ ਇਹ ਪੰਜਾਬ ਹਿੰਦੂਆਂ ਦਾ ਕਿਉਂ ਨਹੀਂਗਾ? ਇਸ ਕਰਕੇ ਨਹੀਂਗਾ ਕਿਉਂਕਿ ਪੰਜਾਬ ਦੇ ਹੱਕਾਂ ਦੀ ਦੰਦਲ ਪੈ ਜਾਂਦੀ ਸਾਰਿਆਂ ਨਾਲ। ਉਦੋਂ ਤੁਹਾਨੂੰ ਚੇਤਾ ਨਹੀਂ ਆਉਂਦਾ ਕਿਸੇ ਨੂੰ ਵੀ ਅਸੀਂ ਬੋਲਣਾ। ਸੋ ਇੰਨੀਆਂ ਕੁ ਬੇਨਤੀਆਂ ਸੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।